ਸਤਨਾਮ ਸ੍ਰੀ ਵਾਹਿਗੁਰੂ ਜੀ। 15ਵਾਂ ਅਧਿਆਇ। ਅਥ 15ਸ ਅਧਿਆਇ ਪ੍ਰਾਰੰਭ। ਦੋਹਰਾ। ਅਥ 15ਸ ਅਧਿਆਇ ਮੈਂ ਮਿਸਰਤ ਇੱਕੀ ਛੰਦ। ਪਟ ਹਵੈ 60 ਘਟ ਮੈਂ ਠਟੈ ਏ ਤੁਤ ਮੈਂ ਆਨੰਦ। ਅਥ 15ਸ ਅਧਿਆਇ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ 15ਵਾਂ ਅਧਿਆਇ ਪ੍ਰਾਰੰਭ ਕਰਨ ਲੱਗੇ ਹਾਂ। 15ਵੇਂ ਅਧਿਆਇ ਦੇ ਵਿੱਚ ਅੱਡੋ ਅੱਡੀ ਪ੍ਰਕਰਨ ਬਣ ਕੇ ਸਾਨੂੰ ਸਿੱਖਿਆ ਦੇਣਗੇ। ਉਸ ਤੋਂ ਬਾਅਦ 15ਵੇਂ ਅਧਿਆਇ ਦੀ ਜਿੱਥੇ ਸਮਾਪਤੀ ਹੁੰਦੀ ਹੈ ਨਾਲ ਹੀ ਸਾਰ ਕਿਤਾਬ ਦੇ ਗ੍ਰੰਥ ਦੀ ਸਮਾਪਤੀ ਹੋ ਜਾਏਗੀ ਗੁਰੂ ਸਾਹਿਬ ਦੀ ਕਿਰਪਾ ਨਾਲ। ਆਓ 15ਵਾਂ ਅਧਿਆਇ ਆਪਾਂ ਵਿਚਾਰੀਏ। 15ਵਾਂ ਅਧਿਆਇ ਹੈ ਅਥ 15ਸ ਅਧਿਆਇ ਪ੍ਰਾਰੰਭ। ਅਥ ਕਹੀਏ ਹੁਣ ਸਾਰ ਕਿਤਾਬੜੀ ਗ੍ਰੰਥ ਦਾ 15ਸ ਕਹੀਏ 15ਵਾਂ ਅਧਿਆਇ ਜਿਹੜਾ ਪ੍ਰਾਰੰਭ ਕਰਦੇ ਹਾਂ ਸ਼ੁਰੂ ਕਰਦੇ ਹਾਂ ਆਰੰਭ ਕਰਦੇ ਹਾਂ। ਦੋਹਰਾ। ਅਥ 15ਸ ਅਧਿਆਇ ਮੈਂ। ਪੰਡਿਤ ਹਰਦਿਆਲ ਜੀ ਕਹਿੰਦੇ ਆ ਅਥ ਕਹੀਏ ਹੁਣ ਸਾਰ ਕਿਤਾਬੜੀ ਗ੍ਰੰਥ ਦੇ 15ਸ ਕਹੀਏ 15ਵੇਂ ਅਧਿਆਇ ਦੇ ਮੈਂ ਕਹੀਏ ਵਿੱਚ ਮਿਸਰਤ ਇੱਕੀ ਛੰਦ ਕਹਿੰਦੇ 21 ਛੰਦ ਜਿਹੜੇ ਮਿਸਰਤ ਕਹੀਏ ਰਲੇ ਮਿਲੇ ਆ ਸਮੁੱਚੇ ਸਿਧਾਂਤ ਨੂੰ ਕਥਨ ਕਰਨ ਵਾਲੇ ਆ ਉਹਨਾਂ ਨੂੰ ਕਥਨ ਕਰਾਂਗੇ। ਮਿਸਰਤ ਕਹੀਏ ਰਲੇ ਮਿਲੇ ਅੱਡੋ ਅੱਡੀ ਪ੍ਰਕਰਨ ਬਣਾ ਕੇ ਮਿਕਸ ਜਿਹੜੇ ਆ ਛੰਦ 21 ਉਹ ਉਚਾਰਨ ਕਰਾਂਗੇ 15ਵੇਂ ਅਧਿਆਇ ਦੇ ਵਿੱਚ ਉਹ ਲਿਖਾਂਗੇ ਗ੍ਰੰਥ ਦੇ ਵਿੱਚ। ਪਾਠ ਹੋਇ 60 ਘਟ ਮੈਂ ਠਟੈ। ਜੇਕਰ ਕਹਿੰਦੇ ਇਹਨਾਂ 21 ਛੰਦਾਂ ਦੇ ਸਿਧਾਂਤ ਨੂੰ ਕੋਈ 60 ਕਹੀਏ ਮੂਰਖ ਮਨੁੱਖ ਵੀ ਪਾਠ ਕਹੀਏ ਪੜ੍ਹੇਗਾ ਅਤੇ ਪੜ੍ਹ ਕਰਕੇ ਆਪਣੇ ਘਟ ਮੈਂ ਕਹੀਏ ਹਿਰਦੇ ਦੇ ਵਿੱਚ ਠਟੇ ਕਹੀਏ ਠਟੇਗਾ ਸਥਿਤ ਕਰੇਗਾ ਧਾਰਨ ਕਰੇਗਾ ਉਹ ਵੀ ਪੜ੍ਹ ਕਹੀਏ ਚਤਰ ਸੂਝਵਾਨ ਹੋ ਜਾਏ। ਠੀਕ ਹੈ ਜੀ। ਫਿਰ ਉਸਨੂੰ ਇਹ ਤੁਤ ਮੈਂ ਆਨੰਦ ਇਹ ਤੁਤ ਕਹੀਏ ਇੱਥੇ ਇਸ ਲੋਕ ਵਿੱਚ ਉਤ ਕਹੀਏ ਉੱਥੇ ਪਰਲੋਕ ਦੇ ਵਿੱਚ ਆਨੰਦ ਜਿਹੜਾ ਪ੍ਰਾਪਤ ਹੋਵੇਗਾ। ਠੀਕ ਹੈ ਜੀ। ਪਟ ਦਾ ਅਰਥ ਦੋ ਕਰਨੇ। ਪਟ ਹੈ ਹਾਂਜੀ ਪਟ ਕਹੀਏ ਜੋ ਪੜ੍ਹੇਗਾ ਨਾ ਹਾਂਜੀ ਤੇ ਉਹ 60 ਤੇ ਹੋਇਆ ਨਾ ਹੋਵੇ ਉਹ ਇਹਦਾ ਅਰਥ ਕਰ ਲੈਣਾ ਵੀ ਮੂਰਖ ਵੀ ਜੇ ਇਸ ਨੂੰ ਪੜ੍ਹਦਾ ਹੋਵੇਗਾ ਤੇ ਘਟ ਮੈਂ ਠਟਿਆ ਘਟ ਵੀ ਹਿਰਦੇ ਦੇ ਵਿੱਚ ਠਟੇ ਗਈ ਠਟੇਗਾ ਨਾ ਧਾਰਨ ਕਰੇਗਾ ਸਥਿਤ ਕਰੇਗਾ ਤੇ ਪਾਠ ਹੋਇਆ ਉਹ ਜਿਹੜਾ ਮੂਰਖ ਆ ਉਹ ਵੀ ਪਾਠ ਕਹੀਏ ਚਲਾਕ ਹੋਇਆ ਜਾਏਗਾ ਚਟਪਟਾ ਹੋ ਜਾਏਗਾ ਚਲਾਕ ਚੁਸਤ ਹੋ ਜਾਏਗਾ ਚਤਰ ਹੋ ਜਾਏਗਾ ਤੇ ਘਟ ਮੈਂ ਠਟੇ ਆਪਣੇ ਹਿਰਦੇ ਵਿੱਚ ਸਥਿਤ ਕਰੇਗਾ ਇਹਨਾਂ 21 ਛੰਦਾਂ ਨੂੰ ਇਹ ਤੁਤ ਮੈਂ ਆਨੰਦ ਉਹਨੂੰ ਇਹ ਉਤ ਇੱਥੇ ਉੱਥੇ ਪਰਲੋਕ ਵਿੱਚ ਆਨੰਦ ਪ੍ਰਾਪਤ ਹੋਵੇਗਾ। ਨਰਾਜ ਛੰਦ ਪਤਾਲ ਮੈਂ ਪ੍ਰਵੇਸ਼ ਇੰਦਰ ਲੋਕ ਮੈਂ ਪ੍ਰਵੇਸ਼ ਹੋਇਆ। ਇਹ ਜਿਹੜਾ ਨਰਾਜ ਛੰਦ ਦੇ 4 ਤੁਕਾਂ ਦੇ ਵਿੱਚ ਪੰਡਿਤ ਹਰਦਿਆਲ ਜੀ ਜਿਹੜੇ ਹੈ ਨਰਾਜ ਛੰਦ ਵਿੱਚ ਆਖਰੀ ਤੁਕ ਆਏਗੀ ਹੋਣੀ ਦੇ ਸੰਬੰਧ ਵਿੱਚ ਭਾਵ ਹੋਣੀ ਦਾ ਪ੍ਰਭਾਵ ਦੱਸਦੇ ਆ ਕਿ ਕਿਵੇਂ ਹੋ ਕੇ ਰਹਿੰਦੀ ਉਹ ਦੱਸਣ ਲੱਗੇ। ਨਰਾਜ ਛੰਦ ਪਤਾਲ ਮੈਂ ਪ੍ਰਵੇਸ਼ ਭਾਵੇਂ ਕਹਿੰਦੇ ਜੀਵ ਪਤਾਲ ਦੇ ਮੈਂ ਕਹੀਏ ਵਿੱਚ ਪ੍ਰਵੇਸ਼ ਹੋ ਜਾਵੇ ਹਾਂਜੀ ਧਸ ਜਾਵੇ। ਇੰਦਰ ਲੋਕ ਮੈਂ ਪ੍ਰਵੇਸ਼ ਹੋਇਆ ਤੇ ਜਾਂ ਫਿਰ ਇੰਦਰ ਲੋਕ ਇੰਦਰ ਦੇਵਤੇ ਦਾ ਲੋਕ ਸਵਰਗ ਹੋਇਆ ਭਾਵ ਸਵਰਗ ਵਿੱਚ ਪ੍ਰਵੇਸ਼ ਹੋ ਜਾਵੇ। ਗਰਿੰਦ ਸੋ ਸਮੇਰ ਚਾਰ ਜੋ ਕਹੀਏ ਜਿਹੜਾ ਸਾਰੇ ਗਰਿੰਦ ਭਾਵ ਗਿਰ ਇੰਦ ਭਾਵ ਪਹਾੜਾਂ ਦਾ ਇੰਦ ਰਾਜਾ ਜੋ ਸਾਰੇ ਪਹਾੜਾਂ ਦਾ ਰਾਜਾ ਆ ਹਾਂਜੀ ਉਹ ਕੀ ਆ ਸਮੇਰ ਆ ਸਮੇਰ ਪਰਬਤ ਆ ਤੇ ਚਾਰ ਕਹੀਏ ਬੜਾ ਸੁੰਦਰ ਹੈ ਸ੍ਰੇਸ਼ਟ ਹੈ। ਜੋ ਗਿਰ ਇੰਦ ਭਾਵ ਸਾਰੇ ਪਹਾੜਾਂ ਦਾ ਰਾਜਾ ਪਹਾੜਾਂ ਵਿੱਚੋਂ ਸਭ ਤੋਂ ਵੱਡਾ ਰਾਜਾ ਜਿਹੜਾ ਸਮੇਰ ਪਰਬਤ ਆ ਜੋ ਚਾਰ ਕਹੀਏ ਬੜਾ ਸਮੁੰਦਰ ਆ ਸੁੰਦਰ ਆ ਸ੍ਰੇਸ਼ਟ ਆ ਤਾਹੇ ਪੈ ਨਿਵੇਸ਼ ਹੈ। ਉਹ ਪਹਾੜਾਂ ਦਾ ਰਾਜਾ ਜਿਹੜਾ ਸਮੇਰ ਸੁੰਦਰ ਪਰਬਤ ਆ
ਤਾਹੇ ਪੈ ਕਹੀਏ, ਤਾਹੇ ਕਹੀਏ ਉਸ ਦੇ ਪੈ ਕਹੀਏ ਉੱਪਰ। ਹਾਂਜੀ, ਸਿੱਧ ਬਣ ਕੇ ਨਿਵੇਸ਼ ਹੈ, ਨਿਵੇਸ਼ ਹੋ ਜਾਏ, ਭਾਵ ਨਿਵਾਸ ਕਰ ਲਵੇ, ਪ੍ਰਵੇਸ਼ ਹੋ ਜਾਵੇ। ਹਾਂਜੀ, ਪਤਾਲ ਵਿੱਚ ਚਲਾ ਜਾਵੇ, ਇੰਦਰ ਲੋਕ ਵਿੱਚ ਚੜਿਆ ਜਾਵੇ, ਜਾਂ ਸਮੇਰ ਪਰਬਤ ਦੇ ਉੱਤੇ ਜਾ ਕੇ ਸਿੱਧ ਬਣ ਕੇ ਸਮਾਧੀ ਲਾ ਕੇ ਤੇ ਉਹ ਤਾਹੇ ਪੇ ਕਹੀਏ ਉਸ ਉੱਪਰ ਜਾ ਕੇ ਨਿਵੇਸ਼ ਕਹੀਏ ਨਿਵਾਸੀ ਹੋ ਜਾਵੇ, ਪ੍ਰਵੇਸ਼ ਕਰ ਲਵੇ, ਭਾਵ ਸਮੇਰ ਪਰਬਤ ਤੇ ਚਲਿਆ ਜਾਏ। ਜੋ ਮੰਤਰ ਭੇਖ ਜੰ ਕਰੇ, ਫਿਰ ਭਾਵੇਂ ਕੋਈ ਕਹਿੰਦੇ ਆ ਜਿਹੜੇ ਮੰਤਰ ਆ ਉਹਨਾਂ ਮੰਤਰਾਂ ਦਾ ਜਾਪ ਕਰੇ ਜਿਹਦੇ ਨਾਲ ਮੌਦਨਾ ਹੁੰਦੀ ਹੋਵੇ, ਜਾਂ ਭੇਖ ਜੰਗ ਕਰੇ। ਭੇਖ ਜੰਗ ਕਹੀਏ, ਭੇਖ ਜੰਗ ਨਾਮ ਦਵਾਈਆਂ ਦਾ, ਜਿਹੜੀ ਦਵਾਈ ਬੂਟੀ ਆ ਉਹ ਵੀ ਤਿਆਰ ਕਰ ਲਵੇ, ਤਿਆਰ ਕਰੇ। ਵਿਆਧ ਹਾਰ ਕਾਰਨ ਵੀ ਕੋਈ ਬਿਮਾਰੀ ਲੱਗ ਗਈ ਹੈ ਤੇ ਉਸ ਵਿਆਧ ਕਹੀਏ ਬਿਮਾਰੀ ਨੂੰ, ਰੋਗ ਨੂੰ ਹਾਰ ਕਹੀਏ, ਨਾਸ ਕਾਰਨ ਕਹੀਏ, ਕਰਨ ਦੇ ਵਾਸਤੇ, ਜੋ ਵੇਦਾਂ ਸ਼ਾਸਤਰਾਂ ਵਿੱਚ ਦੱਸਿਆ ਹੈ। ਜਿਹੜਾ ਆਯੁਰਵੇਦ ਹੈ ਤੇ ਉਹਦੇ ਵਿੱਚ ਉਹ ਦੱਸੀ ਆ ਵਿਆਧ ਕਹੀਏ ਬਿਮਾਰੀ ਨੂੰ, ਰੋਗ ਨੂੰ ਹਾਰ ਕੇ ਨਾਸ ਕਰਨ ਦੇ ਵਾਸਤੇ ਕੋਈ ਭੇਖ ਜੰਗ ਕਹੀ ਦਵਾਈ, ਉਹ ਭੇਖ ਜੰਗ ਕਰੇ, ਉਹ ਦਵਾਈ ਤਿਆਰ ਕਰ ਲਵੇ। ਤੇ ਜੋ ਮੰਤਰ, ਜਿਹੜੇ ਮੰਤਰ ਵੇਦਾਂ ਵਿੱਚ ਦੱਸੇ ਹੋਏ ਆ ਮੌਤ ਦੀ ਸਿੱਧੀ ਪ੍ਰਾਪਤ ਕਰਨ ਵਾਸਤੇ, ਵੀ ਮੌਤ ਨਾ ਹੋਵੇ ਭਾਵੇਂ, ਹਾਂਜੀ, ਉਹਨਾਂ ਨੂੰ ਜਿਹੜਾ ਪੜ੍ਹ ਪੁੜ ਲਵੇ, ਇਹਨਾਂ ਦਾ ਜਾਪ ਜੂਪ ਕਰ ਲਵੇ। ਜੋ ਹੋਣ ਹੈ ਸੋ ਹੋਏ, ਪੰਡਿਤ ਹਰਦਿਆਲ ਜੀ ਕਹਿੰਦੇ ਹਨ, ਜੋ ਕਹੀਏ ਜਿਹੜੀ ਹੋਣ ਕਹੀਏ ਹੋਣੀ ਹੈ ਸੋ ਹੋਏ, ਸੋ ਕਹੀ ਉਹ ਤੇ ਹੋਏਗੀ ਹੀ, ਉਹ ਤੇ ਹੋ ਕੇ ਰਹੇਗੀ। ਜੋ ਹੋਣਾ ਸੋ ਹੋਏ, ਹੋਊਗਾ, ਹੋਣਾ ਹੋਏ ਸੋ ਹੋਏ ਰਹੇ। ਹਾਂਜੀ, ਜੋ ਹੋਣਾ ਸੋ ਹੋ ਰਿਹਾ, ਉਹ ਤੇ ਹੋਣਾ ਹੀ ਹੋਣਾ, ਜੋ ਪਰਮੇਸ਼ਰ, ਉਹ ਤੇ ਹੋਣਾ ਹੀ ਹੋਣਾ ਜੋ ਪਰਮੇਸ਼ਰ ਨੇ ਕਰਨਾ। ਮੇਰਾ ਕੀਆ ਕਛ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜਿਵੇਂ ਉਹ ਭਗਤ ਨਾਮਦੇਵ ਮਹਾਰਾਜ ਲਿਖਦੇ ਸੀ ਨਾ, ਜਦੋਂ ਗਊ ਜਿਉਂਦੀ ਕਰ ਲਈ ਸੁਲਤਾਨ ਕਹਿੰਦਾ ਸੀ, ਕਹਿੰਦੇ ਮੇਰਾ ਕੀਤਾ ਨਹੀਂ ਕੁਝ ਹੋਣਾ, ਜੋ ਪਰਮੇਸ਼ਰ ਨੇ ਕਰਨਾ ਉਹ ਹੋਣਾ ਹੀ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਜਨ ਕਰਦੇ ਨਾ, ਚਿੰਤਾ ਤਾਂ ਕੀ ਕੀਜੀਏ ਜੇ ਜੋ ਅਣਹੋਣੀ ਹੋਏ। ਜੇ ਅਣਹੋਣੀ ਗੱਲ ਹੋ ਜੇ ਤਾਂ ਕਰੋ, ਭਾਵ ਹੋਣੀ ਪਰਮੇਸ਼ਰ ਦੀ ਵਰਤ ਕੇ ਰਹਿਣੀ, ਭਾਵੀ ਤੇ ਹੋਣੀ ਹੋਣੀ। ਜੇ ਅਸੀਂ ਯਤਨ ਕਰਾਂਗੇ ਹੋ ਸਕਦਾ ਸਾਡੀ ਕਰਕੇ ਹੀ ਉਹ ਭਾਣਾ ਵਰਤ ਜੇ। ਜੋ ਹੋਣਾ ਆ ਸੋ ਹੋਏ, ਉਹ ਹੋਏਗਾ ਹੀ। ਅਤਰ ਹੇਤ ਨਾ ਵਿਚਾਰਨ, ਉਸ ਤੋਂ ਬਚਣ ਦਾ ਜਿਹੜਾ ਅਤਰ ਕਹੀਏ ਹੋ ਰਿਹਾ, ਹੇਤ ਕਹੀਏ ਕਾਰਨ ਹੈ, ਉਸ ਤੋਂ ਬਚਣ ਦਾ ਕੋਈ ਦੂਜਾ ਜਿਹੜਾ ਕਾਰਨ ਹੈ ਉਹ ਨਾ ਵਿਚਾਰਨ ਕਹੀਏ, ਵਿਚਾਰੋ, ਤੇ ਉਹ ਕਾਰਨ ਵਿਚਾਰਿਆ ਵੀ ਨਹੀਂ ਜਾਂਦਾ। ਵਿਚਾਰਿਆ ਨਹੀਂ ਜਾਂਦਾ ਤੇ ਨਾ ਹੀ ਵਿਚਾਰੋ, ਕੁਝ ਨਹੀਂ ਹੋ ਸਕਦਾ, ਉਹ ਤੇ ਭਾਈ ਹੋ ਕੇ ਰਹਿਣਾ ਹੈ। ਹਾਂ, ਅਫਲਾਤੂ ਵਰਗੇ ਕਿੰਨੇ ਯਤਨ ਕੀਤੇ ਸੀ ਤੇ ਹੋਇਆ ਹੀ ਸੀ ਨਾ। ਤੇ ਇਸੇ ਤਰ੍ਹਾਂ ਉਹ ਰਾਜਾ ਸੀ ਜੋ ਜਿਹਨੇ ਭਾਂਡਵ ਰਿਸ਼ੀ ਦੇ ਗਲ ਵਿੱਚ ਪਾ ਦਿੱਤਾ ਸੀ, ਸੱਪ ਮਰਿਆ, ਤੇ ਉਹਨੇ ਵੀ ਯਤਨ ਕੀਤਾ ਸੀ, ਸੀਸ ਮਹਿਲ ਕੱਚ ਦਾ ਬਣਾ ਕੇ ਲੁਕਿਆ ਸੀ, ਪਰ ਵੇਖੋ ਤਸ਼ਕ ਨਾਗ ਨੂੰ ਦੱਸ ਹੀ ਗਿਆ ਸੀ। ਅਤਰ ਹੋਰ ਦੂਜਾ ਹੇਤ ਜਿਹੜਾ ਕਾਰਨ ਉਹ ਤੇ ਨਾ ਹੀ ਵਿਚਾਰਨ ਕਹੀਏ, ਵਿਚਾਰਨ ਕਹੀਏ, ਵਿਚਾਰੋ ਨਾ ਵਿਚਾਰਿਆ ਹੀ ਜਾਂਦਾ, ਹੋਣਾ ਜੋ ਹੋ ਕੇ ਰਹੇ। ਦੋਹਰਾ ਮੂਰਖ ਕਾ ਬਲ ਮੌਨ ਹੈ, ਕਹਿੰਦੇ ਮੂਰਖ ਮਨੁੱਖ ਦੀ ਤਾਕਤ ਦੱਸਦੇ ਆ। ਮੂਰਖ ਮਨੁੱਖ ਦਾ ਬਲ ਜ਼ੋਰ ਤਾਕਤ ਕੀ ਹੈ, ਉਸ ਦੀ ਮੌਨ ਕਹੀਏ ਚੁੱਪ ਉਹਦਾ ਬਲ ਹੈ। ਜੇਕਰ ਮੂਰਖ ਸਭਾ ਵਿੱਚ ਚੁੱਪ ਕਰਕੇ ਬੈਠਾ ਰਹੇ ਤਾਂ ਭਲਾ ਮਾਨਸ ਲੱਗੇਗਾ, ਲੋਕ ਭਲਾ ਮਾਨਸ ਕਹਿਣਗੇ। ਪਰ ਜੇ ਬੋਲ ਪਿਆ ਤੇ ਮੁੱਖ ਤੇ ਬੋਲਿਆ ਤੇ ਕੱਢਿਆ ਵਿਚਾਰ, ਮੁੱਖ ਤੋਂ ਬੋਲੂ ਤੇ ਪਤਾ ਲੱਗ ਜੇ ਤੇ ਮੂਰਖ ਹੀ ਹੈ, ਇਹ ਤੇ ਜਮਾ ਖੋਤਾ ਇਕੱਠਾ ਆ। ਮੂਰਖ ਦਾ ਬਲ ਇਹੀ ਆ ਵੀ ਉਹ ਮੂੰਹ ਨੂੰ ਹੀ ਰੱਖ ਲਏ, ਭਾਵ ਚੁੱਪ ਹੀ ਕਰ ਜੇ, ਇਹੀ ਉਹਦਾ ਬਲ ਹੈ। ਉਹਦਾ ਬੋਲਿਆ ਵੀ ਘਰ ਹੀ ਫੱਬਦਾ, ਬਾਹਰ ਨਹੀਂ। ਤਸਕਰ ਕਾ ਬਲ ਝੂਠ, ਫਿਰ ਤਸਕਰ ਜਿਹੜਾ ਚੋਰ ਆ, ਚੋਰ ਦਾ ਬਲ ਜ਼ੋਰ ਕੀ ਆ ਝੂਠ।
ਜੇਕਰ ਉਹ ਝੂਠ ਬੋਲੀ ਜਾਵੇ ਕਿ ਮੈਂ ਨਹੀਂ ਚੋਰੀ ਕੀਤੀ ਤਾਂ ਉਹ ਬਚੀ ਜਾਂਦਾ, ਬਚ ਸਕਦਾ। ਜੇਕਰ ਚੋਰ ਚੋਰੀ ਕਰਕੇ ਆਖੇ ਕਿ ਮੈਂ ਚੋਰੀ ਕੀਤੀ ਹੈ ਤਾਂ ਉਹਨੂੰ ਸਜ਼ਾ ਜ਼ਰੂਰ ਮਿਲੂਗੀ, ਫਿਰ ਫੜਿਆ ਵੀ ਜਾਊ ਛੇਤੀ। ਚੋਰ ਦਾ ਬਲ ਝੂਠ ਹੀ ਹੈ। ਦੁਰਬਲ ਕੋ ਬਲ ਭੂਪ ਹੈ, ਇਸੇ ਤਰ੍ਹਾਂ ਦੁਰਬਲ ਜਿਹਦਾ ਖੋਟਾ ਬਲ, ਭਾਵ ਬਲਹੀਣਾ ਕਮਜ਼ੋਰ ਆ, ਗਰੀਬੜਾ ਜਿਹਾ, ਉਸ ਬਲਹੀਣੇ ਦਾ ਕਮਜ਼ੋਰ ਦਾ ਬਲ ਕੀ ਆ? ਦੁਰਬਲ ਕੋ ਬਲ ਭੂਪ ਹੈ। ਗਰੀਬ ਦੁਰਬਲ ਕਮਜ਼ੋਰ ਬਲਹੀਣੇ ਦਾ, ਗਰੀਬ ਦਾ ਜਿਹੜਾ ਬਲ ਆ, ਜ਼ੋਰ ਤਾਕਤ ਆ, ਉਹ ਕੀ ਆ? ਰਾਜਾ, ਭਾਵ ਸਮੇਂ ਦਾ ਰਾਜਾ। ਉਹ ਰਾਜੇ ਕੀ ਜਾ ਕੇ ਪੁਕਾਰ ਕਰੇ ਤਾਂ ਉਹਦਾ ਉਹ ਹੱਲ ਕਰ ਦਊਗਾ ਗਰੀਬ ਦਾ, ਭਾਵ ਉਹਦਾ ਆਪਣਾ ਬਲ ਨਹੀਂ ਹੈ, ਰਾਜਾ ਹੀ ਬਾਲਿਆ ਵੀ ਰਾਜੇ ਦੀ ਮਾਣ ਕਰੇ। ਗਰੀਬ ਜਿਹੜਾ ਕਮਜ਼ੋਰ ਬਲਹੀਣ ਆ ਨਾ, ਉਹਦੇ ਨਾਲ ਕੋਈ ਧੱਕਾ ਕਰਦਾ ਤੇ ਰਾਜੇ ਨੂੰ ਦੱਸੇ ਸਮੇਂ ਦੇ ਹਾਕਮ ਨੂੰ, ਉਹੀ ਉਹਦਾ ਹੱਲ ਕਰ ਸਕਦਾ। ਉਹਦਾ ਬਲ ਰਾਜਾ ਹੀ ਹੈ, ਆਪਣਾ ਤੇ ਕੋਈ ਹੱਲ ਨਹੀਂ ਹੈ, ਆਪ ਤੇ ਵਿਚਾਰਾ ਮਾਰ ਹੀ ਖਾਊ। ਸੇਸ ਬਲ ਰੋਵਣ ਰੂਠ, ਤੇ ਸੇਸ ਜਿਹੜਾ ਬੱਚਾ, ਬੱਚੇ ਦਾ ਬਲ ਕੀ ਹੈ? ਜ਼ੋਰ ਕੀ ਹੈ? ਰੋਣਾ, ਰੋਵਣ ਕਹੀਏ ਰੋਣਾ, ਤੇ ਜਾਂ ਰੂਠ ਕਹੀਏ ਰੁੱਸ ਜਾਣਾ। ਰੂਠ ਨਾਲ ਰੁੱਸਣ ਦਾ ਭਾਵ ਬੱਚੇ ਦਾ ਬਲ ਰੋਣਾ ਤੇ ਰੁੱਸਣ। ਉਹ ਰੋ ਕੇ ਜਾਂ ਰੁੱਸ ਕੇ ਆਪਣੀ ਗੱਲ ਮਨਵਾ ਲੈਂਦਾ, ਇਹ ਬੱਚੇ ਦਾ ਬਲ ਹੈ। ਜਾਂ ਤੇ ਰੋ ਪੈਂਦਾ, ਫਿਰ ਕਹਿੰਦਾ ਚੀਜ਼ ਦੇਣੀ ਪਊ। ਜੇ ਰੁੱਸ ਪੈਂਦਾ ਵੀ ਕਹਿੰਦਾ ਪੁੱਤ ਆ ਰੁੱਸਣਾ, ਆ ਤੂੰ ਜੋ ਲੈਣਾ ਲੈ ਲਾ। ਪ੍ਰਾਤ ਅੰਨ ਭੋਜਨ ਕਰਿਓ। ਹੁਣ ਵੀ ਇਹ ਸਰੀਰ ਝੂਠਾ ਹੈ, ਇਸ ਗੱਲ ਨੂੰ ਸਿੱਧ ਕਰਦੇ ਆ। ਪ੍ਰਾਤ ਅੰਨ ਭੋਜਨ ਕਰਿਓ, ਕਿ ਜੋ ਪ੍ਰਾਤ ਕੇ ਪ੍ਰਾਤः ਕਾਲ ਸਵੇਰੇ ਸੀ, ਉਹ ਸਵੇਰ ਨੂੰ ਅੰਨ ਅਨਾਜ ਆਦਿ ਦਾ ਭੋਜਨ ਕਰਿਓ ਕਹੀਏ ਕੀਤਾ ਹੈ। ਸਾਂਝ ਸਮੇਂ ਦੁੱਤ ਨਾਸ, ਉਹ ਭਾਵ ਜੋ ਭੋਜਨ ਖਾਧਾ ਪ੍ਰਾਤ ਕੀ ਸਵੇਰੇ ਵੇਲੇ ਅੰਨ ਭੋਜਨ ਕਰਿਆ ਕੀਤਾ, ਸਾਂਝ ਸਮੇਂ ਦੁੱਤ ਨਾਸ। ਸਾਂਝ ਸਮੇਂ ਕਹੀਏ ਸੰਧਿਆ ਦੇ ਸਮੇਂ ਉਸ ਭੋਜਨ ਦੀ ਜਿਹੜੀ ਦੁੱਤ ਜਿਹੜੀ ਸੋਭਾ ਕ੍ਰਾਂਤੀ ਆ ਉਹ ਨਾਸ ਹੋ ਜਾਂਦੀ, ਭਾਵ ਫਿਰ ਭੁੱਖ ਲੱਗ ਜਾਂਦੀ। ਤੇ ਰਸ ਕਰ ਉਪਜੈ ਜੋ ਤਨ, ਤੇ ਕਹੀਏ ਤਿਸ ਭੋਜਨ ਦੇ ਰਸ, ਭਾਵ ਰਗਤ ਬੀਜ ਕਰਕੇ ਜੋ ਕਹੀਏ ਜਿਹੜਾ ਇਹ ਤਨ ਸਰੀਰ ਆ ਉਪਜੇ ਕਹੀਏ ਪੈਦਾ ਹੋਇਆ ਹੈ। ਕਹਾਂ ਨਿਤਤਾ ਤਾਸ, ਫਿਰ ਕਹਿੰਦੇ ਤਾਸ ਕੀਏ ਤੇ ਸਰੀਰ ਦੀ ਨਿਤਤਾ, ਜਿਹੜਾ ਨਿਤ ਰਹਿਣਾ, ਸਥਰਤਾ ਕਹਾਂ ਕਹੀਏ ਕਿੱਥੇ ਹੈ, ਕਿੱਥੇ ਰਹਿ ਸਕਦੇ। ਭਾਵ ਇਹ ਹੈ ਵੀ ਜਦੋਂ ਸਵੇਰ ਦਾ ਖਾਧਾ ਭੋਜਨ ਸ਼ਾਮ ਨੂੰ ਖਤਮ ਹੋ ਗਿਆ ਤੇ ਸਰੀਰ ਮੁੱਖ ਦੀ ਸੋਭਾ ਵੀ ਨਾਸ ਹੋ ਗਈ, ਫਿਰ ਉਸ ਭੋਜਨ ਤੋਂ ਹੀ ਵੇਖੋ ਇਸਤਰੀ ਦੇ ਅੰਦਰ ਰਗਤ ਤੇ ਮਨੁੱਖ ਦੇ ਅੰਦਰ ਬੀਜ ਬਣਦਾ, ਤੇ ਉਸ ਤੋਂ ਅੱਗੇ ਸਰੀਰ ਜਿਹੜਾ ਬਣਿਆ, ਫਿਰ ਉਹ ਸਰੀਰ ਦੀ ਸਥਰਤਾ ਕਿਵੇਂ ਰਹਿ ਸਕਦੀ, ਭਾਵ ਨਹੀਂ ਰਹਿ ਸਕਦੀ। ਮਤਲਬ ਵੀ ਇਹ ਜਿਹੜੀ ਦੇਹ ਆ ਇਹ ਨਾਸਵੰਤ ਖਤਮ ਹੋ ਜਾਣ ਵਾਲੀ। ਹਾਂਜੀ, ਪ੍ਰਾਤ ਅੰਨ ਕਰੇ ਭੋਜਨ ਕਰੇ, ਕਹਿੰਦੇ ਵੇਖੋ ਪ੍ਰਾਤ ਸਵੇਰੇ ਅੰਨ ਭੋਜਨ ਅਨਾਜ ਛਕਣਾ ਕਰਿਆ ਕੀਤਾ, ਤੇ ਸਾਂਝ ਸਮੇਂ ਦੁੱਤ ਨਾਸ, ਸਾਂਝ ਸੰਧਿਆ ਦੇ ਸਮੇਂ ਰਹਿ ਰਾਸ ਦੇ ਵੇਲੇ ਉਹਦੀ ਜਿਹੜੀ ਸੋਭਾ ਨਾਸ ਨੂਸ ਹੋ ਜਾਂਦੀ, ਬਾਅਦ ਸ਼ਾਮ ਨੂੰ ਫਿਰ ਖਾਂਦੇ ਹਾਂ, ਕਿਉਂਕਿ ਪਿਛਲਾ ਨਸ਼ਟ ਹੋਇਆ ਤਾਂ ਹੀ ਖਾਂਦੇ ਹਾਂ ਨਾ। ਤੇ ਰਸ ਕਰ ਉਪਜੇ ਜੋ ਤਨ, ਉਹਦੇ ਰਸ ਕਰ ਗਏ। ਹਾਂਜੀ, ਉਹਦਾ ਜਿਹੜਾ ਰਸ ਆ ਭਾਵ ਰਗਤ ਬੀਜ, ਉਹਦੇ ਕਰਕੇ ਜੋ ਇਹ ਸਰੀਰ ਤਨ ਉਪਜੇ ਪੈਦਾ ਹੋਇਆ। ਫਿਰ ਦੱਸੋ ਵੀ ਕਹਾਂ ਕਿੱਥੇ ਆ ਤਾਸ ਕੀ ਤੇ ਸਰੀਰ ਦੀ ਨਿਤਤਾ ਸਥਰਤਾ ਰਹਿਣਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨਾ ਦੇਹ ਅਨਿਤ ਨਾ ਨਿਤ ਰਹੇ, ਨਿਤ ਰਹਿਣ ਵਾਲੀ ਨਹੀਂ। ਜਗ ਰਚਨਾ ਸਭ ਝੂਠ ਹੈ, ਕਿਉਂਕਿ ਸਾਰੀ ਇਸ ਤਰ੍ਹਾਂ ਹੀ ਬਣੀ ਹੋਈ ਹੈ ਰਗਤ ਬੀਰਜ ਤੋਂ ਹੀ। ਸੋਰਠਾ ਸਭ ਅਨਿਤ ਹੈ ਕਾਂਈ, ਇਹ ਕਾਂਈ ਪਾਠ ਕਰਨਾ, ਜਈਆ ਵਾ ਤਾਂ ਉਹਨੂੰ ਈੜੀ ਸਿਆਰੀ ਕਰ ਲੈਣਾ ਉਚਾਰਨ ਵਿੱਚ। ਸਭ ਅਨਿਤ ਹੈ ਕਾਂਈ, ਸਭ ਕਹੀਏ ਸਾਰੀਆਂ ਕਾਂਈ ਦੇਹਾਂ ਅਨਿਤ, ਨਿਤ ਨਾ ਰਹਿਣ ਵਾਲੀਆਂ ਭਾਵ ਝੂਠੀਆਂ ਹਨ, ਝੂਠੀਆਂ ਹੈ। ਸਭ ਵਿਭੂਤ ਖਿਨ ਭੰਗਰੀ, ਫਿਰ ਸਭ ਸਾਰੀ ਜਿਹੜੀ ਵਿਭੂਤੀ ਧਨ ਸੰਪਦਾ ਇਹ ਵੀ ਖਿਨ ਭੰਗਰੀ ਆ, ਭਾਵ
ਖਿਣ ਵਿੱਚ ਭੰਗ ਹੋ ਜਾਣ ਵਾਲੀ, ਥੋੜਾ ਚਿਰ ਰਹਿਣ ਵਾਲੀਆਂ, ਭਾਵ ਨਾਸਮਾਨੀਆਂ ਇਹ। ਹਾਂਜੀ, ਮਾਇਆ ਵੀ ਨਾਸਮਾਨ ਹੈ, ਵਿਭੂਤੀ ਸਾਰੀ ਨਾਸਮਾਨ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨ, ਮਾਰੂ ਸੋਲੇ ਰਾਗ ਵਿੱਚ ਮਹਾਰਾਜ ਕਹਿੰਦੇ ਜੋ ਦਿਸਣ ਡਿਆ ਵਾ ਉਹ ਸਾਰਾ ਮਿਥਿਆ ਹੀ ਆ। ਮਿਥਿਆ ਧਨ ਧਨ ਕੁਟੰਬ ਸੁਭਾਏ, ਧਨ ਧਨ ਕੁਟੰਬ ਸੁਭਾਏ, ਸਾਰੀ ਮਿਥਿਆ। ਸਾਰਿਆਂ ਦੇਹਾਂ ਵੀ ਨਿਤਿਆ ਤੇ ਸਾਰੀ ਵਿਭੂਤੀ ਵੀ ਖਿਨ ਭੰਗਰੀ ਆ, ਨਾਸਮਾਨ ਆ, ਨਾਸ ਹੋ ਜਾਣ ਵਾਲੀ। ਨਿਕਟ ਕਾਲ ਨਿਤ ਆਏ, ਕਿਉਂਕਿ ਰਲੇ ਮਿਲੇ ਦੋਹਰੇ ਲਿਖੇ, ਜਿਸ ਕਰਕੇ ਸਿਧਾਂਤ ਵਿੱਚ ਸਾਰਿਆਂ 'ਚ ਬੜਾ ਸੋਹਣਾ ਦੇ ਰਹੇ ਆ। ਨਿਕਟ ਕਾਲ ਨਿਤ ਆਏ, ਕਿਉਂਕਿ ਕਹਿੰਦੇ ਜਿਹੜਾ ਕਾਲ ਮੌਤ ਆ ਉਹ ਵੀ ਨਿਤ ਨਿਤਾ ਪ੍ਰਤੀ ਅਜਾਨਾ, ਨਿਕਟ ਨੇੜੇ ਨੇੜੇ ਹੀ ਆਏ, ਆਈ ਹੈ, ਆ ਰਹੀ ਹੈ। ਵਾਜਾ ਮਾਰੇ ਫਰੀਦਾ ਗੌਰ ਨਿਮਾਣੀ ਸੱਦ ਕਰੇ। ਹਾਂਜੀ, ਗੋਰਾਂ ਆਣੀਆਂ ਨਾ ਕਬਰਾਂ ਨਿਮਾਣੀਆਂ ਸੱਦਾ ਸੱਦਾ ਕਰ ਰਹੀਆਂ, ਆਓ ਮੇਰੇ ਵਿੱਚ ਪਾਓ ਆ ਕੇ, ਮੈਂ ਭੁੱਖੀ ਮਰ ਰਹੀ ਹਾਂ, ਮੈਨੂੰ ਰਜਾਓ। ਨਿਕਟ ਨੇੜੇ ਨੇੜੇ ਕਾਲ ਨਿਤ ਨਿਤੀ ਆਏ, ਆ ਰਿਹਾ ਹੈ। ਧਰਮ ਸੰਗ੍ਰਹਿ ਯੋਗ ਅਬ, ਇਸ ਕਰਕੇ ਹੈ ਜੀਵ ਆਪ ਕਹੀਏ ਹੁਣ ਤੈਨੂੰ ਤੇ ਧਰਮ ਦਾ ਜਿਹੜਾ ਸੰਗ੍ਰਹਿ ਕਰਨਾ ਯੋਗ ਲਾਇਕ ਆ। ਧਰਮ ਇਕੱਤਰ ਕਰਨਾ, ਧਰਮ ਦੇ ਕਰਮ ਕਰਨੇ, ਭਾਵ ਧਰਮ ਕਮਾਉਣਾ ਹੀ ਤੈਨੂੰ ਯੋਗ ਆ। ਹੁਣ ਧਰਮ ਕੀ ਆ? ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਹਾਂਜੀ, ਜੋ ਗੁਰ ਦੱਸੇ ਵਾਡ ਮਰੀਦਾ ਜੋ ਲੀਐ, ਜੋ ਗੁਰ ਕਹਿਆ ਸਾ ਕਾਰ ਕਮਾਹੋ, ਗੁਰ ਕੀ ਕਰਨੀ ਕਾਹੇ ਤਾਵ। ਭਾਵ ਗੁਰੂ ਦੇ ਦੱਸੇ ਮਾਰਗ ਨੂੰ ਅਪਣਾਉਣਾ ਧਰਮ ਆ। ਉਹ ਧਰਮ ਨੂੰ ਜੋ ਸੰਗ੍ਰਹਿ ਇਕੱਤਰ ਕਰਨਾ, ਗੁਰੂ ਦੇ ਦੱਸੇ ਬਚਨਾਂ ਦੇ ਪਹਿਰਾ ਦੇਣਾ ਯੋਗ ਆ ਤੈਨੂੰ। ਹੁਣ ਸਵਈਆ ਆਦ ਵਿਆਦ ਬਿਨਾ ਤਨ ਮਾਨਸ, ਆਦ ਵਿਆਦ ਬਿਨਾ ਤਨ ਮਾਨਸ, ਮਾਨਸ ਜੋ ਆਪਣੇ ਜਬ ਹੇਰੇ। ਆਦਿ ਰੋਗ, ਮਨ ਦੇ ਰੋਗ। ਵਿਆਧੀ ਸਰੀਰ ਦੇ ਰੋਗ, ਕਹਿੰਦੇ ਮਨ ਦੇ ਰੋਗ, ਸਰੀਰ ਦੇ ਰੋਗ, ਭਾਵ ਆਦੀਆਂ ਵਿਆਧੀਆਂ ਤੋਂ ਬਿਨਾਂ ਤਾਂ ਇਹ ਜਿਹੜਾ ਸਰੀਰ ਆ ਤੇ ਮਾਨਸ ਕਹੀਏ ਮਨ ਆ, ਮਨ ਆਦੀਆਂ ਵਿਆਧੀਆਂ ਤੋਂ ਬਿਨਾਂ ਸਰੀਰ ਤੇ ਮਨ ਨੂੰ ਮਾਨਸ ਜੋ ਆਪਣੇ ਜਬ ਹੇਰੇ, ਜੋ ਕਹੀਏ ਜਿਹੜਾ ਮਾਨਸ ਕਹੀਏ ਮਨੁੱਖ ਆਪਣੇ ਇਹ ਮਨ ਤੇ ਤਨ ਨੂੰ ਜਬ ਕਹੀਏ ਜਦੋਂ ਹੇਰੇ ਕਹੀਏ ਦੇਖਣਾ ਕਰੇ ਦੇਖੇ। ਆਦਿ ਰੋਗ ਵੀ ਜਿਵੇਂ ਚਿੰਤਾ ਗਮ ਇਹ ਮਨ ਨਹੀਂ ਹੁੰਦੇ ਨਾ, ਇਹ ਮਾਨਸੀ ਰੋਗ ਆ। ਤੇ ਵਿਆਧ ਸਰੀਰਕ ਰੋਗ ਹੋਣੇ, ਕੈਂਸਰ ਬਿਮਾਰੀਆਂ ਜਿਹੜੇ ਸਰੀਰ ਨੂੰ ਲੱਗਦੀਆਂ। ਇਹਨਾਂ ਤੋਂ ਬਿਨਾਂ ਜਦੋਂ ਮਨੁੱਖ ਆਪਣੇ ਆਪ ਨੂੰ ਸਵਸਥ ਭਾਵ ਰੋਗੀ ਦੇਖਣਾ ਕਰੇ। ਅੰਨ ਪਟਾਦ ਅਨਾਥਨ ਕੇ ਕਰ, ਤਦੋਂ ਕਹਿੰਦੇ ਅੰਨ ਅਨਾਜ ਤੇ ਪਾਟ ਨਾਮ ਕੱਪੜੇ ਦਾ, ਕੱਪੜੇ ਤੋਂ ਆਦਿ ਬਰਤਨ ਜੋ ਵੀ ਵਸਤੂਆਂ ਆਦਿ ਜਿਹੜੀਆਂ ਹੈ ਇਹ ਸਾਰੇ ਪਦਾਰਥਾਂ ਨੂੰ ਲੈ ਕਰਕੇ ਅਨਾਥਨ ਕੇ ਕਰ, ਅਨਾਥਾਂ ਲੋੜਵੰਦਾਂ ਗਰੀਬ ਗੁਰਬੇ ਦੇ ਘਰ ਵਿੱਚ ਦਵੈ ਕਰ ਜੋਏ ਦਏ ਪੁਨ ਟੇਰੇ। ਦਵੈ ਕਰ ਕਹੀਏ ਦੋਨੇ ਹੀ ਕਰ, ਦਵੈ ਕਰ ਦੋਵੇਂ ਹੱਥਾਂ ਦੇ ਨਾਲ। ਹਾਂਜੀ, ਜੋਏ ਪਾਠ ਲਿਖਿਆ, ਦੋਏ ਕਰ ਜੋਰ, ਜੋਰ ਪਾਠ ਹੋਣਾ ਇੱਥੇ, ਜੋਏ ਪਾਠ ਨਹੀਂ ਹੋਣਾ। ਕਿ ਦੋਵੇਂ ਹੱਥ ਜਿਹੜੇ ਆ ਨਾ, ਹਾਂਜੀ, ਉਹ ਜੋੜ ਕਰਕੇ ਦੁਆ ਕਰ ਜੋਰ, ਹਾਂ ਜੋਰ ਪਾਠ ਹੈ। ਕਿ ਦੋਵੇਂ ਹੱਥ ਜਿਹੜੇ ਜੋੜ ਕਰਕੇ ਨਾ ਤੇ ਉਹ ਦਵੇ ਪੁਨ ਟੇਰੇ, ਪੁਨ ਟੇਰੇ ਕੇ ਟੇਰੇ ਭਾਵ ਆਖੇ, ਫਿਰ ਆਖੇ ਕੀ ਆਖੇ ਇਹ ਵੀ ਦੱਸਣ ਲੱਗੇ। ਅੰਨ ਪਟਾਦ ਅਨਾਥਨ ਕੇ, ਅੰਨ ਤੇ ਕੱਪੜੇ ਵਸਤਰ ਭਾਂਡੇ ਆਦਿ ਕਹਿੰਦੇ ਅਨਾਥਾਂ ਦੇ ਘਰ ਦਵੈ ਕਰ ਜੋਰ, ਦੋਵੇਂ ਹੱਥ ਜੋੜ ਕਰਕੇ ਦਵੇ ਅਤੇ ਪੁਨ ਟੇਰੇ, ਫਿਰ ਉਹਨਾਂ ਨੂੰ ਟੇਰੇ, ਉਹਨਾਂ ਨੂੰ ਆਖੇ, ਇਹ ਕਹੇ
ਖਾਏ ਹੰਡਾਏ ਧਿਆਏ ਹਰੀ ਵੀ ਹੇ ਭਾਈ ਆ ਜਿਹੜਾ ਮੈਂ ਅੰਨ ਦੇਣ ਡਿਆ ਇਹਨੂੰ ਖਾਏ ਕਹੀਏ ਖਾਣਾ ਕਰੋ ਖਾਓ ਇਹਨੂੰ ਰੱਜ ਰੱਜ ਕੇ। ਤੇ ਪੱਟਾ ਪਾਟ ਕਹੀਏ ਕੱਪੜੇ ਜਿਹੜੇ ਆ ਨਾ ਇਹਨੂੰ ਹੰਡਾਓ। ਖਾਏ ਹੰਡਾਏ ਅੰਨ ਖਾਓ ਤੇ ਕੱਪੜੇ ਹੰਡਾਓ। ਹੰਡਾ ਕਰਕੇ ਤੇ ਧਿਆਏ ਹਰੀ ਜਿਹੜਾ ਹਰੀ ਪਰਮਾਤਮਾ ਆ ਉਹਦੇ ਨਾਮ ਨੂੰ ਧਿਆਉਣਾ ਕਰੋ ਆਰਾਧਨਾ ਕਰੋ ਜੀ। ਚਿਰ ਜੀਵ ਹੋ ਜੀ ਤੁਮ ਬਾਂਧ ਮੇਰੇ। ਤੇ ਨਾਲ ਇਹ ਗੱਲ ਕਵੇ ਹੈ ਮੇਰੇ ਪਿਆਰੇ ਬਾਂਧਵ ਕਹੀਏ ਸੰਬੰਧੀਓ ਰਿਸ਼ਤੇਦਾਰੋ ਭਾਈਚਾਰਿਓ ਤੁਮ ਕਹੀਏ ਤੁਸੀਂ ਆ ਚਿਰ ਜੀਵ ਹੋ ਚਿਰੰਜੀਵੀ ਹੋ ਲੰਬਾ ਸਮਾਂ ਜੀਵ ਬਹੁਤ ਚਿਰ ਜੀਵ ਹੋ ਤੁਸੀਂ ਹੈਂ ਮੇਰੇ ਇਹ ਮੇਰੇ ਪਿਆਰੇ ਬਾਂਧਵੋ ਰਿਸ਼ਤੇਦਾਰ ਭਾਈਓ ਤੁਸੀਂ ਚਿਰ ਜੀਵ ਬਹੁਤ ਚਿਰ ਜੀਵੋ ਜੀ ਬਹੁਤ ਲੰਬਾ ਸਮਾਂ ਜੀਵੋ। ਤੇ ਫਿਰ ਉਹ ਆਪਣੇ ਦਿਲ ਵਿੱਚ ਅਸੀਸਾਂ ਦਿੰਦੇ ਹਨ ਕਿ ਪਰਮਾਤਮਾ ਤੈਨੂੰ ਸਦਾ ਰੋਗ ਰੱਖੇ। ਠੀਕ ਹੈ ਜੀ। ਉਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਬਚਨ ਆਉਂਦੇ ਭਿੱਖੋ ਗਰੀਬ ਅਨਾਥਨ ਜਹਾਂ ਵਸਤਰ ਆਹਾਰ ਜੀ ਜੀ ਇਹ ਤਾਂ। ਜਿੱਥੇ ਤੁਸੀਂ ਗਰੀਬ ਅਨਾਥਾਂ ਨੂੰ ਵੇਖੋ ਨਾ ਕਹਿੰਦੇ ਵਸਤਰ ਤੇ ਆਹਾਰ ਭੋਜਨ ਉੱਥੇ ਦਿਓ। ਦੇਖੋ ਦੁਖੀ ਦਇਆ ਕੋ ਧਾਰੋ ਦੁਖੀ ਨੂੰ ਦੇਖ ਕੇ ਦਇਆ ਧਾਰੋ। ਜਥਾ ਸ਼ਕਤ ਤੇ ਦੁੱਖ ਨਿਰਵਾਰੋ ਜੈਸੀ ਸ਼ਕਤੀ ਜਿਹੋ ਜਿਹਾ ਭਾਵ ਹੱਲ ਕਰ ਸਕਦੇ ਮਦਦ ਕਰ ਸਕਦੇ ਤਾਂ ਦੁੱਖ ਅਗਲੇ ਦਾ ਦੂਰ ਕਰੋ। ਮਤਲਬ ਇਸ ਵਈਏ ਵਿੱਚ ਇਹ ਗੱਲ ਕਹਿਣ ਦੇ ਆ ਵੀ ਜਦੋਂ ਮਨੁੱਖ ਵੇਖੇ ਨਾ ਵੀ ਮੇਰੇ ਚਿੰਤਾ ਗਮ ਨਹੀਂ ਹੈਗਾ ਸਰੀਰ ਤੇ ਕੋਈ ਬਿਮਾਰੀ ਨਹੀਂ ਹੈਗੀ। ਜਦੋਂ ਆਪਣੇ ਸਰੀਰ ਨੂੰ ਇੱਦਾਂ ਵੇਖੇ ਮਨੁੱਖ ਤੋ ਆਪਣੇ ਕੱਪੜੇ ਕੁੱਪੜੇ ਦੇ ਅੰਨ ਨੂੰ ਜਾਂ ਗਰੀਬਾਂ ਨਾਥਾਂ ਦੇ ਘਰ ਦੇ ਦੂਗੇ ਤੇ ਦੋਵੇਂ ਹੱਥ ਜੋੜ ਕੇ ਇਹਨਾਂ ਨੂੰ ਦਵੇ ਵੀ ਲਓ ਮਹਾਰਾਜ ਦੇ ਲਓ। ਤੇ ਫਿਰ ਇਹ ਗੱਲ ਆਖ ਵੀ ਖਾਓ ਹੰਡਾਓ ਤੇ ਪਰਮੇਸ਼ਰ ਦਾ ਨਾਮ ਧਿਆਓ ਤੇ ਤੁਸੀਂ ਮੇਰੇ ਭਾਈਚਾਰੇ ਹੋ ਤੇ ਤੁਸੀਂ ਸਦਾ ਚਿਰ ਜੀਵੋ ਲੰਬੀ ਉਮਰ ਤੁਹਾਡੀ ਹੋਵੇ। ਫਿਰ ਉਹ ਵੀ ਅਸੀਸਾਂ ਦੇਣਗੇ ਅੱਗੋਂ ਨਾਲੇ ਪੁੰਨ ਹੋ ਜਾਊਗਾ। ਤਾਸ ਅਸੀਸ ਹੈ ਤੇ ਜਗਦੀਸ਼ ਤਾਸ ਕਹੀਏ ਜਦੋਂ ਤੁਸੀਂ ਉਹਨਾਂ ਨੂੰ ਦਿਓਗੇ ਤਾਸ ਕਹੀਏ ਉਹ ਜਿਹੜੇ ਗਰੀਬ ਆ ਉਹ ਗਰੀਬਾਂ ਦੀਆਂ ਅਸੀਸ ਹੈ। ਅਸੀਸਾਂ ਤੋਂ ਜਿਹੜਾ ਜਗਦੀਸ਼ ਆ ਪਰਮਾਤਮਾ ਉਹ ਖੁਸ਼ ਹੋ ਕੇ ਇਹ ਮਨੁੱਖ ਕਰੇ ਮਨ ਸੁੱਧ ਸੋ ਸਾਂਝ ਸਵੇਰੇ। ਖੁਸ਼ ਹੋ ਕੇ ਤੇਰਾ ਜਿਹੜਾ ਮਨ ਆ ਮੈਲਾ ਹੋਇਆ ਸੀ ਪਹਿਲਾਂ ਉਹ ਇਹ ਕਰਮ ਕਰਨੇ ਕਰਕੇ ਦਿਨ ਰਾਤ ਸੁੱਧ ਕਹੀਏ ਉਜਲ ਕਰ ਦੇਵੇਗਾ। ਉਹਨਾਂ ਦੀਆਂ ਅਸੀਸਾਂ ਕਰਕੇ ਪਰਮਾਤਮਾ ਤੇਰੇ ਅੰਦਰ ਅਵਿਦਿਆ ਰੂਪੀ ਜਿਹੜੀ ਸਾਂਝ ਰਾਤ ਆ ਹਾਂਜੀ ਤੋਂ ਗਿਆਨ ਰੂਪੀ ਜਿਹੜਾ ਸਵੇਰੇ ਦਿਨ ਕਰ ਦੇਵੇਗਾ। ਹਾਂਜੀ ਤਾਸ ਅਸੀਸ ਹੈ ਤੇ ਜਗਦੀਸ਼ ਉਹ ਫਿਰ ਤੈਨੂੰ ਭਾਵ ਜਦੋਂ ਉਹ ਤੂੰ ਉਹਨਾਂ ਨੂੰ ਦੇਵੇਂਗਾ ਦਾਨ ਪੁੰਨ ਕਰੇਂਗਾ ਉਹ ਬੜੇ ਖੁਸ਼ ਹੋਣਗੇ ਤੇ ਉਹ ਵੀ ਤੈਨੂੰ ਇੱਦਾਂ ਕਹਿਣਗੇ ਚਿਰ ਜੀਵ ਹੋ ਜੀ ਤੂੰ ਬਾਂਧ ਮੇਰੇ ਵੀ। ਉਹ ਵੀ ਕਹਿਣਗੇ ਮੇਰੇ ਪਿਆਰੇ ਤੂੰ ਸਦਾ ਚਿਰ ਜੀਵ। ਤਾਸ ਅਸੀਸ ਹੈ ਤੇ ਜਗਦੀਸ਼ ਤਾਸ ਕਹੀਏ ਉਹਨਾਂ ਗਰੀਬਾਂ ਦੀ ਜਿਹੜੀਆਂ ਅਸੀਸਾਂ ਤੋਂ ਤੇ ਕਹੀਏ ਅਸੀਸਾਂ ਦੇ ਕਰਕੇ ਜਾਂ ਅਸੀਸ ਤੇ ਕਹੀਏ ਨਾ ਕਰ ਤੋਂ ਅਸੀਸਾਂ ਤੋਂ ਜਾਂ ਅਸੀਸਾਂ ਕਰਕੇ ਜਗਦੀਸ਼ ਪਰਮੇਸ਼ਰ ਜਿਹੜਾ ਵਾ ਕਰੇ ਮਨ ਸੁੱਧ ਉਹ ਤੇਰਾ ਮਨ ਸੁੱਧ ਕਰੂਗਾ। ਸਾਂਝ ਸਵੇਰੇ ਸਾਂਝ ਕੇ ਰਾਤ ਤੇਰੇ ਕਹੀਏ ਸਵੇਰੇ ਪਾ ਦਿਨ ਰਾਤ ਹੀ ਤੇ ਜਿਹੜੀ ਸਾਂਝ ਕਹੀਏ ਅਵਿਦਿਆ ਰੂਪੀ ਰਾਤ ਆ ਹਾਂਜੀ ਉਹ ਤੇਰੀ ਮਹਾਰਾਜ ਪਰਮੇਸ਼ਰ ਮਿਟਾ ਦੇਵੇਗਾ ਮਨ ਵਿੱਚੋਂ ਤੇ ਮਨ ਤੇਰਾ ਸੁੱਧ ਕਰਕੇ ਸਵੇਰੇ ਕਹੀਏ ਸਵੇਰ ਚਾੜ ਦਊ ਪਾਓ ਗਿਆਨ ਦੀ ਸਵੇਰ ਚਾੜ ਦਊਗਾ ਦਿਨ ਕਰ ਦੇਵੇਗਾ। ਇਸ ਤਰ੍ਹਾਂ ਤੂੰ ਫਲ ਪਾਏਂਗਾ ਇਹ ਕਹਿ ਰਹੇ। ਦੋਹਰਾ ਹੁਣ ਦੋਹਰਾ ਉਚਾਰਦੇ ਹੋਏ ਪੰਡਿਤ ਹਰਦਿਆਲ ਜੀ ਸਾਨੂੰ ਅੱਗੇ ਹੋਰ ਸਿੱਖਿਆ ਜਿਹੜੀ ਦੇਣ ਲੱਗੇ। ਕੌਣ ਸਫਟਕ ਕੋ ਜੋ ਹੈ ਸਫਟਕ ਇੱਕ ਸ਼ੀਸ਼ਾ ਮਣੀ ਆ ਚਿੱਟੇ ਰੰਗ ਦੀ ਮਣੀ ਜਿਹੜਾ ਉਸਦਾ ਚਿੱਟਾਪਣਾ ਉਹੀ ਉਸਦਾ ਕਹਿੰਦੇ ਦੋਸ਼ ਇਹ ਦੱਸਣ ਲੱਗੇ ਆ ਕਿਉਂਕਿ ਉਹ 'ਚ ਗੁਣ ਵੀ ਹੈ ਤੇ ਦੋਸ਼ ਵੀ ਹੈ। ਭਾਵ ਜਿਹੋ ਜਿਹੇ ਕੱਪੜੇ ਲਾਗੇ ਰੱਖੋਗੇ ਜਿਹੋ ਜਿਹੀ ਚੀਜ਼ ਲਾਗੇ ਰੱਖੋਗੇ ਉਹੋ ਜਿਹਾ ਰੰਗ ਫੜ ਲੂਗੀ ਉੱਦਾਂ ਦੀ ਲੱਗੂ ਪਤਾ ਨਹੀਂ ਲੱਗੂ ਮਣੀ ਕਿੱਥੇ ਪਈ ਉਹ ਸਫਟਕ ਮਣੀ ਤੇ ਇਹਦਾ ਗੁਣ ਹੈ ਜਿਹੜਾ ਹਰ ਇੱਕ ਚੀਜ਼ ਗ੍ਰਹਿਣ ਕਰ ਲੈਂਦੀ ਆ ਤੇ ਉਹ ਵੀ ਕਹਿੰਦੇ ਇਹਦਾ ਦੋਸ਼ ਵੀ ਦੱਸਣ ਲੱਗੇ।
ਇਹਦੇ ਵਿੱਚ ਕੀ ਕਹਿੰਦੇ ਆ, ਗੁਣ ਸਫਟਕ ਕੋ ਜੋ ਹੈ। ਕਹਿੰਦੇ ਸਫਟਕ ਜਿਹੜੀ ਮਣੀ ਆ, ਬਲੌਰ ਦਾ ਸ਼ੀਸ਼ਾ, ਕੱਚ ਦਾ ਸ਼ੀਸ਼ਾ, ਉਹਦੀ ਜਿਹੜੀ ਆਦਤ ਹੈ ਕਿ ਉਹੀ ਅਸਲ ਦੋਸ਼ ਦਾ ਕਾਰਨ ਹੈ। ਕਿ ਜਿਸ ਰੰਗ ਦੇ ਕੱਪੜੇ 'ਤੇ ਰੱਖੀ ਜਾਵੇ ਜਾਂ ਜਿਸ ਵੀ ਚੀਜ਼ 'ਤੇ ਰੱਖੀ ਜਾਵੇ, ਉਹ ਹੀ ਰੰਗ ਪਕੜ ਲੈਂਦੀ। ਤੈਸੇ ਸਵਾਸਰੇ ਆਤਮਾ, ਤੈਸੇ ਕਹੀਏ ਤੇ ਇਸੇ ਤਰ੍ਹਾਂ ਜਾਂ ਉਸੇ ਤਰ੍ਹਾਂ ਹੀ ਜਾਂ ਉਵੇਂ ਹੀ ਸਵੈ ਆਸਰੇ, ਸਵੈ ਆਸਰੇ। ਸੱਸੇ ਵਿੱਚੋਂ ਜਾਂ ਕੰਨਾਂ ਵਿਚਾੜਾ ਨਿਕਲ ਕੇ ਬਣ ਗਿਆ ਸਵੈ ਆਸਰੇ। ਤੈਸੇ ਕਹਿੰਦੇ ਤੈਸੇ ਤਰ੍ਹਾਂ ਆਪਣੀ ਆਸਰੇ ਜਿਹੜੀ ਆਤਮਾ ਨੂੰ ਸ਼ੋਧਿਆ, ਪਰ ਆਪਣੇ ਸਹਾਰੇ ਜਿਹੜਾ ਰਹਿਣ ਵਾਲੇ ਸਰੀਰ ਦੇ ਦੁੱਖ ਸੁੱਖ ਰੂਪੀ ਮੈਲ ਨੂੰ ਵੀ ਆਪਣੇ ਮਨ ਵਿੱਚ ਲੈਂਦਾ, ਆਪਣੇ ਵਿੱਚ ਮੰਨ ਲੈਂਦਾ। ਨਿਰਮਲ ਭੀ ਮਲ ਲੇਤ, ਫਿਰ ਨਿਰਮਲ ਹੁੰਦਿਆਂ ਹੋਇਆਂ ਵੀ ਮੈਲ ਜਿਹੜੀ ਲੇਤ ਕਹੀਏ ਲੈਂਦਾ। ਮਣੀ ਵਰਗਾ ਹੀ ਹੈ ਆਤਮਾ। ਹਾਂਜੀ, ਉਹਦੇ ਵਿੱਚ ਜਿਵੇਂ ਉਹ ਮਣੀ ਤੇ ਚਿੱਟੀ ਹੀ ਹੈ, ਪਰ ਜਿਹੋ ਜਿਹੇ ਵਸਤਰ ਲਾ ਕੇ ਰੱਖੋ ਉਹਦਾ ਰੰਗ ਫੜ ਲੈਂਦੀ, ਪਰ ਉਹਦੇ ਵਿੱਚ ਰੰਗ ਨਹੀਂ ਹੁੰਦਾ। ਉਹ ਇੱਕ ਭੇਦ, ਉਹ ਭਰਮ ਹੈ। ਇਸ ਤਰ੍ਹਾਂ ਆਤਮਾ ਵਿੱਚ ਕੁਝ ਨਹੀਂ ਜਾਂਦਾ, ਪਰ ਆਤਮਾ ਜਿਹੜੀ ਹੈ ਉਹ ਸੰਗ ਕਰਕੇ, ਸਰੀਰ ਦੇ ਸੰਗ ਕਰਕੇ, ਉਹ ਅੰਤःਕਰਨ ਦੇ ਸੰਗ ਕਰਕੇ ਉਹਦੀ ਮੈਲ ਜਿਹੜੀ ਆਤਮਾ ਵਿੱਚ ਪ੍ਰਤੀਤ ਹੁੰਦੀ, ਆਤਮਾ ਆਪਣੇ ਵਿੱਚ ਲੈ ਲੈਂਦਾ। ਜਾਂ ਜੀਵ ਇਹ ਸਮਝਣ ਲੱਗ ਪੈਂਦਾ ਹੈ ਅਤੇ ਕਹਿੰਦਾ ਵੀ ਮੈਂ ਬੜਾ ਦੁਖੀ ਹਾਂ, ਮੈਂ ਬੜਾ ਸੁਖੀ ਹਾਂ, ਇੱਦਾਂ ਕਹਿਣ ਲੱਗ ਪੈਂਦਾ, ਜਦੋਂ ਕਿ ਆਤਮਾ ਨੇ ਜਾਂ ਕੋਈ ਗੱਲ ਨਹੀਂ। ਦੋਹਰਾ ਕੀ ਆ ਵੀ ਗੁਣ ਸਫਟਕ ਕੋ ਜੋ ਹੈ ਵੀ ਆਤਮਾ ਵਿੱਚ ਜਨਮ ਮਰਨ ਪਰਮਾਰਥ ਤੋਂ ਹੀ ਨਹੀਂ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਦ੍ਰਿਸ਼ਟਾਂਤ ਕਥਨ ਕੀਤਾ ਵੀ ਵੇਖੋ ਜਿਸ ਪ੍ਰਕਾਰ ਜਿਹੜੀ ਸਫਟਕ ਮਣੀ ਆ, ਅਤੇ ਉਹ ਸਫਟਕ ਮਣੀ ਕੋ ਕਹੀਏ ਦੇ ਸਫਟਕ ਮਣੀ ਦੇ ਵਿੱਚ ਜੋ ਕਹੀਏ ਜਿਹੜਾ ਸ਼ੁੱਧਤ ਵਾਲਾ ਗੁਣ ਹੈ ਕਿ ਉਹ ਚਿੱਟੀ ਹੁੰਦੀ ਹੈ, ਆਹੇ ਕਹੀਏ ਹੈ ਗੁਣ ਸਫਟਕ ਕੋ ਜੋ ਹੈ, ਜੋ ਸਫਟਕ ਮਣੀ ਦਾ ਗੁਣ ਹੈ, ਆਹੇ ਕਹੀਏ ਹੈ ਵਹੀ ਦੋਖ ਕੋ ਹੇਤ, ਵਹੀ ਕਹੀਏ ਉਹੀ ਉਸਦੇ ਦੋਸ਼ ਕੋ ਕਹੀਏ ਦੋਸ਼ ਦਾ ਹੇਤ ਕਾਰਨ ਬਣ ਜਾਂਦਾ। ਕਿ ਜੋ ਉੱਜਲ ਸਫਟਕ ਮਣੀ ਚਿੱਟੀ ਹੈ ਅਤੇ ਉਸਦੇ ਕੋਲ ਜਿਹੋ ਜਿਹਾ ਰੰਗ ਰੱਖਦੇ ਹੀ ਉਸਨੂੰ ਗ੍ਰਹਿਣ ਕਰ ਲੈਂਦੀ ਹੈ। ਜੇਕਰ ਲਾਲ ਰੰਗ ਦਾ ਫੁੱਲ ਮਣੀ ਦੇ ਪਾਸ ਰੱਖ ਦਈਏ ਤਾਂ ਉਸਦੀ ਲਾਲੀ ਨੂੰ ਸਫਟਕ ਮਣੀ ਗ੍ਰਹਿਣ ਕਰ ਲੈਂਦੀ, ਅਰਥਾਤ ਉਸਦੀ ਉਜਲਤਾ ਹੀ ਦੋਸ਼ ਰੂਪ ਆ ਕਿ ਹੈ ਤੇ ਚਿੱਟੀ। ਜੋ ਵੇਖੋ ਉਹਦਾ ਗੁਣ ਆ ਨਾ, ਮਣੀ ਦਾ ਜੋ ਗੁਣ ਆ ਉਹੀ ਉਹਦਾ ਦੋਸ਼ ਆ। ਹਾਂਜੀ, ਉਜਲਤਾ ਜਿਹੜਾ ਨਾ ਉਹਦਾ ਗੁਣ ਆ ਅਤੇ ਉਹੀ ਉਹਦਾ ਦੋਸ਼ ਆ, ਕਿਉਂਕਿ ਉਹ ਉਜਲਤਾ ਕਰਕੇ ਹੀ ਜਿਹੜੇ ਕੋਈ ਵੀ ਰੂਪ ਉਹਦੇ ਵਿੱਚ ਰੰਗ ਆ ਜਾਂਦਾ। ਤੈਸੇ ਸਵੈ ਆਸਰੇ ਆਤਮਾ, ਤੈਸੇ ਕੀ ਤਿਸੇ ਪ੍ਰਕਾਰ ਜਾਂ ਇਸੇ ਪ੍ਰਕਾਰ ਜਿਵੇਂ ਹੀ ਸਵੈ ਆਸਰੇ ਆਪਣੇ ਆਸਰੇ ਰਹਿਣ ਵਾਲਾ ਜਿਹੜਾ ਆਤਮਾ ਆ। ਹਾਂਜੀ, ਆਤਮਾ ਆਪਣੇ ਆਸਰੇ ਖੁਦ ਵੀ ਆਸਰੇ ਰਹਿੰਦਾ, ਕਿਸੇ ਦੇ ਆਸਰੇ ਨਹੀਂ ਰਹਿੰਦਾ। ਸਰੀਰ ਆਤਮਾ ਦੇ ਆਸਰੇ ਰਹਿੰਦਾ, ਪਰ ਆਤਮਾ ਸਰੀਰ ਦੇ ਆਸਰੇ ਨਹੀਂ ਰਹਿੰਦਾ। ਠੀਕ ਆ, ਜੇ ਕੋਈ ਕਵੇ ਰਹਿੰਦਾ ਵੀ ਉਹ ਸਰੀਰ ਵਿੱਚ ਨਹੀਂ ਆ, ਉਹ ਸਰੀਰ ਨਾਸ ਹੋਣ ਦੇ ਬਾਅਦ ਵੀ ਆਤਮਾ ਰਹਿੰਦਾ, ਫਿਰ ਉਹ ਕਿਹਦੇ ਆਸਰੇ ਰਹਿੰਦਾ? ਆਖਰਕਾਰ ਉੱਦਾਂ ਹੀ ਰਹਿੰਦਾ ਨਾ। ਸਵੈ ਆਸਰੇ ਆਤਮਾ ਜਿਹੜਾ ਵਾ ਨਿਰਮਲ, ਉਹ ਨਿਰਮਲ ਆ, ਉਜਲ ਆ। ਨਿਰਮਲ ਹੁੰਦਿਆਂ ਹੋਇਆਂ ਵੀ ਮਲ ਲੇਤ, ਉਹ ਫਿਰ ਹੀ ਮਲ ਲੈਂਦਾ। ਹਾਂਜੀ, ਸਰੀਰ ਦੀ ਅੰਤःਕਰਨ ਦੀ ਰੂਪੀ ਜਿਹੜੀ ਆ ਸੰਗ ਰੂਪੀ ਮਲ ਲੇਤ ਲੈਂਦਾ। ਆਤਮਾ ਆਪਣੇ ਆਪ ਵਿੱਚ ਵਿਦਿਆ ਦੀ ਮਲੀਨਤਾ ਤੋਂ ਰਹਿਤ ਸ਼ੁੱਧ ਸਰੂਪ ਹੈ। ਰਾਗ ਦਵੈਖ ਜਨਮ ਮਰਨ ਇਹ ਅੰਤःਕਰਨ ਦੇ ਧਰਮ ਆ, ਪਰ ਆਤਮਾ ਵਿੱਚ ਭਾਸ਼ਣ ਲੱਗ ਜਗ ਪੈਂਦੇ ਆ। ਵਾਸਤਵ ਵਿੱਚ ਤੇ ਕੁਝ ਵੀ ਨਹੀਂ ਹੈ। ਆਤਮਾ ਦੇ ਕਲਿਆਣ ਸਰੂਪ ਹੈ, ਨਾ ਜੰਮਦਾ, ਨਾ ਮਰਦਾ, ਨਾ ਬੁੱਢਾ, ਨਾ ਬਾਲਾ। ਇਹ ਸਰੀਰ ਦੇ ਕਰਮ ਆ, ਅਤੇ ਆਪਾਂ ਕਹੀਏ ਰਹਿਣਾ ਮੈਂ ਬੁੱਢਾ ਹੋ ਗਿਆ, ਮੈਂ ਜਵਾਨ ਹੋ ਗਿਆ।
ਆਤਮਾ ਤੇ ਕੁਝ ਨਹੀਂ ਹੁੰਦਾ, ਉਹ ਆਤਮਾ ਹੀ ਕਹਾ ਰਿਹਾ ਆ, ਆਤਮਾ ਹੀ ਆਪਾਂ ਬੁਲਾ ਰਿਹਾ ਤੇ ਕਹਿ ਰਹੇ ਹਾਂ। ਜੋ ਕਈ ਜਾਣੇ ਆ ਸਾਰੇ ਜਿਹੜੇ ਮੈਨੂੰ ਭੁੱਖ ਲੱਗੀ ਆ, ਇਹ ਹੁਣ ਪੁਰਾਣਾ ਦਾ ਧਰਮ ਆ ਭੁੱਖ ਪਿਆਸ। ਆਪਾਂ ਕਹਿੰਦੇ ਮੈਨੂੰ ਭੁੱਖ ਲੱਗੀ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਜਿਹੜਾ ਨਾ ਅੱਗੇ ਹੋਰ ਕਥਨ ਕਰਨ ਲੱਗੇ ਆ ਇੱਕ ਨਰਾਜ ਛੰਦ। ਅਤੇ ਇਵੇਂ ਹੀ ਆਤਮਾ ਜਿਹੜਾ ਵਾ ਆਪਣੇ ਆਸਰੇ ਰਹਿਣ ਵਾਲਾ, ਨਿਰਮਲ ਹੁੰਦਿਆਂ ਹੋਇਆਂ ਵੀ ਜਿਹੜਾ ਤਿੰਨਾਂ ਸਰੀਰਾਂ ਦੀ ਕਾਰਨ ਅਤੇ ਸੂਖਮ ਅਤੇ ਅਸਥੂਲ ਤਿੰਨਾਂ ਸਰੀਰਾਂ ਦੀ ਮੈਲ ਆਪਣੇ ਸਿਰ ਉੱਪਰ ਲੈਂਦਾ, ਅੰਤਹਿਕਰਨ ਦੀ ਮੈਲ ਆਪਣੇ ਉੱਪਰ ਲੈਂਦਾ। ਨਰਾਜ ਛੰਦ। ਜਟਾਨ ਗੰਗ ਇੰਦ ਕੋ, ਜਿਸ ਪ੍ਰਕਾਰ ਕਹਿੰਦੇ ਸ਼ਿਵਾ ਨੇ ਸਿਰ ਉੱਪਰ ਜਟਾਨ ਕਹੀਏ ਜਟਾਵਾਂ, ਅਤੇ ਜਟਾਵਾਂ ਦੇ ਵਿੱਚ ਗੰਗਾ ਧਾਰਨ ਕੀਤੀ ਹੋਈ ਆ। ਅਤੇ ਇੰਦ ਕੋ, ਅਤੇ ਮਸਤਕ ਉੱਪਰ ਦੂਜ ਦਾ ਜਿਹੜਾ ਦੂਜੀ ਥਿੱਤ ਦਾ ਇੰਦ ਚੰਦਰਮਾ ਆ, ਉਸ ਚੰਦਰਮਾ ਨੂੰ ਇੰਦ ਕੋ, ਇੰਦ ਕੋ ਕਹੀ ਚੰਦਰਮਾ ਨੂੰ ਜਿਹੜਾ ਧਾਰਨ ਕੀਤਾ ਹੈ ਮਸਤਕ ਦੇ ਉੱਪਰ। ਹਾਂਜੀ। ਸ਼ਿਵਾਰਧਾਂਗ ਧਾਰ ਹੋ, ਸ਼ਿਵਾਰਧਾਂਗ ਧਾਰ ਹੋ। ਫਿਰ ਸ਼ਿਵਾਰਧਾਂਗ ਹੀ ਪੜ੍ਹਨਾ ਅਤੇ ਸੰਧੀਕਰਨ ਕਰਕੇ ਬਣੂ ਸ਼ਿਵ ਅਰਧਾਂਗ। ਜਦੋਂ ਅਰਧਾਂਗ ਸ਼ਿਵਾਰਧਾਂਗ, ਇਹਨੂੰ ਸ਼ਿਵਾਰਧਾਂਗ ਪਾਠ ਕਰ ਲੈਣਾ, ਕਿਉਂਕਿ ਇੱਥੇ ਅਰਧੰਗਣੀ ਦਾ ਵਾਚਕ ਆ। ਹਾਂਜੀ, ਅਰਧੰਗਣੀ ਨਾਮ ਘਰ ਵਾਲੀ ਦਾ ਹੁੰਦਾ। ਸ਼ਿਵਾਰਧਾਂਗ ਧਾਰ ਹੋ। ਸ਼ਿਵ ਅਤੇ ਕੰਨਾਂ ਵਿੱਚੋਂ ਬਣ ਗਿਆ ਐੜਾ, ਬਣ ਗਿਆ ਸ਼ਿਵ ਅਰਧਾਂਗ। ਹਾਂਜੀ। ਸ਼ਿਵ ਜੀ ਨੇ, ਸ਼ਿਵ ਕਹੀਏ ਸ਼ਿਵ ਜੀ ਨੇ ਖੱਬੇ ਪਾਸੇ ਆਪਣੀ ਜਿਹੜੀ ਹੈ ਅਰਧਾਂਗ ਕਹੀਏ ਅਰਧੰਗਣੀ ਘਰ ਵਾਲੀ ਪਾਰਵਤੀ ਧਾਰਨ ਕੀਤੀ ਹੋਈ ਹੈ। ਧਾਰਨ ਕੀਤੀ ਹੋਈ ਹੈ। ਠੀਕ ਆ, ਸਮਝ ਗਏ ਕਿ ਨਹੀਂ। ਭੁਜੰਗ ਭੰਗ ਕੋ ਆਹਾਰ। ਫਿਰ ਸ਼ਿਵ ਜੀ ਨੇ ਆਪਣੇ ਕੰਠ ਵਿੱਚ ਭੁਜੰਗ ਕਹੀਏ ਸੱਪ ਦਾ ਆਹਾਰ ਪਾਇਆ ਹੋਇਆ ਹੈ। ਅਤੇ ਭੰਗ ਕੋ ਆਹਾਰ, ਭੰਗ ਧੂਰੇ ਦਾ ਆਹਾਰ ਜਿਹੜਾ ਭੋਜਨ ਆ ਉਹ ਖਾਣਾ ਕਰਦਾ, ਭੰਗ ਦਾ ਆਹਾਰ ਕੀਤਾ ਹੋਇਆ ਕਰਦੇ ਭੰਗ ਪੀਂਦੇ। ਹਾਰ ਮਾਰ ਹੋ। ਫਿਰ ਜਿਸ ਨੇ ਮਾਰ ਕਹੀਏ ਕਾਮ ਨੂੰ, ਮਾਰ ਕਹੀਏ ਮਾਰਿਆ ਹੋਇਆ। ਪਹਿਲੇ ਮਾਰ ਦਾ ਅਰਥ ਕੀ ਆ? ਕਾਮ। ਦੂਜੇ ਦਾ ਅਰਥ ਆ ਮਾਰਿਆ। ਫਿਰ ਹਾਰ। ਹਾਂਜੀ। ਫਿਰ ਕਹਿੰਦੇ ਹਾਰ ਕਹੀਏ ਜਿਸ ਨੇ ਮਾਰ ਕਹੀਏ ਕਾਮ ਨੂੰ ਹਾਰ ਨਾਸ਼ ਕਰਕੇ ਮਾਰਿਆ ਹੋਇਆ ਹੈ। ਹੋਂ ਦਾ ਅਰਥ ਹੈ, ਹੋਂ ਦਾ ਅਰਥ ਹੈ ਹੀ ਲੱਗਣਾ ਚੰਗਾ ਜੀ। ਜਿਸ ਨੇ ਸ਼ਿਵ ਜੀ ਨੇ ਅਰਧਾਂਗਣੀ ਕਹੀਏ ਘਰ ਵਾਲੀ ਪਾਰਵਤੀ ਧਾਰਨ ਕੀਤੀ ਹੋ ਗਈ ਹੈ, ਅਤੇ ਮਾਰ ਕਾਮ ਨੂੰ ਹਾਰ ਨਾਸ਼ ਕਰਕੇ ਹਾਰ ਦੇ ਕੇ, ਕਾਮ ਨੂੰ ਹਾਰ ਦੇ ਕੇ ਮਾਰ ਕਹੀਏ ਮਾਰਿਆ ਹੋ ਗਈ ਹੈ। ਤਰਸੂਲ ਡੌਰੂ ਧੂਰ ਧਾਰ। ਫਿਰ ਸ਼ਿਵ ਜੀ ਨੇ ਤਰਸੂਲ ਇੱਕ ਹੱਥ ਵਿੱਚ ਧਾਰਨ ਕੀਤਾ ਹੋਇਆ, ਅਤੇ ਦੂਜੇ ਹੱਥ ਵਿੱਚ ਡਮਰੂ ਜਿਹੜਾ ਉਹ ਹੱਥ 'ਚ ਪਕੜਿਆ ਹੋਇਆ ਹੈ। ਅਤੇ ਧੂੜੀ ਜਿਹੜੀ ਸਵਾਹ ਆ ਸਾਰੇ ਸਰੀਰ ਉੱਪਰ ਮਸਾਣਾ ਦੀ ਮੜੀਆਂ ਦੀ ਜਿਹੜੀ ਧੂੜੀ ਭਸਮ ਜਿਹੜੀ ਆ ਉਹ ਧਾਰਨ ਕੀਤੀ ਹੋਈ। ਧੂੜ ਧਾਰਨ ਕੀਤੀ ਹੋਈ ਹੈ। ਰੁੰਡ ਮਾਲ ਆਵ੍ਰਿਤੰ। ਫਿਰ ਰਾਖਸ਼ਾਂ ਨੂੰ ਮਾਰ ਕੇ, ਦੈਂਤਾਂ ਨੂੰ ਮਾਰ ਕੇ ਉਹਨਾਂ ਦੇ ਜਿਹੜੇ ਰੁੰਡ, ਇੱਕ ਹੁੰਦਾ ਧਾੜ, ਇੱਕ ਦਾ ਰੁੰਡ। ਹਾਂਜੀ। ਰੁੰਡ ਭਾਵ ਸਿਰ। ਹਾਂਜੀ। ਅਤੇ ਸਿਰਾਂ ਦੀ ਜਿਹੜੀ ਮਾਲਾ ਬਣਾ ਕੇ ਰੁੰਡਾਂ ਦੀ ਮਾਲਾ, ਸਿਰਾਂ ਦੀ ਮਾਲਾ, ਧੜ ਦੀ ਮਾਲਾ ਤਾਂ ਨਹੀਂ ਨਾ ਬਣਨੀ, ਸਿਰਾਂ ਦੀ ਮਾਲਾ ਬਣਨੀ। ਸਿਰਾਂ ਦੀ ਮਾਲਾ ਬਣਾ ਕੇ ਗਲੇ ਵਿੱਚ ਪਹਿਨੀ ਹੋਈ ਆ। ਇਤਿਆਦਿਕ ਬਹੁਤ ਵਿਭੂਤੀ ਧਾਰਨ ਕੀਤੀ ਹੋਈ ਸ਼ਿਵ ਜੀ ਨੇ। ਅਤੇ ਸ਼ਿਵ ਜੀ ਜਿਹੜਾ ਆਵ੍ਰਿਤੰ ਭਾਵ ਲਪੇਟੇ ਹੋਏ, ਭਾਵ ਇਤਨੀ ਵਿਭੂਤੀ ਧਾਰਨ ਕੀਤੀ ਹੋਈ ਆ। ਰੁੰਡਮਾਲ ਆਵ੍ਰਿਤੰ। ਆਵ੍ਰਿਤ ਨਾਮ ਵਿਭੂਤੀ ਕਰਕੇ ਨਾ, ਅਤੇ ਉਹ ਆਵ੍ਰਿਤੰ ਕਹੀਏ ਪ੍ਰਵਿਰਤ ਹੋਏ ਆ, ਲਪੇਟੀ ਹੋਈ ਆ ਇੰਨੀ ਵਿਭੂਤੀ ਭਾਵ ਧਾਰਨ ਕੀਤੀ ਹੋਈ।
ਇਤ ਵਿਭੂਤ ਵਾਰਹੁ ਭਾਵੇਂ ਸ਼ਿਵ ਜੀ। ਇਤ ਕਹੀਏ ਇਤਨੀ ਵਿਭੂਤੀ, ਵਾਰ ਕਹੀਏ ਵਾਲਾ ਹੈ। ਉਹਦਾ ਅਰਥ ਹੈ ਹੀ ਲਾਉਣਾ। ਇਤਨੀ ਵਿਭੂਤੀ ਵਾਲਾ ਹੈ ਸ਼ਿਵ ਜੀ, ਤਥਾਪਿ ਮੈਂ ਸ਼ਿਵਾ ਕਰਤੰ। ਕਹਿੰਦੇ ਮੈਂ ਪ੍ਰਬੋਤ ਪੂਰਬੋਤ ਪੂਰਬ ਪਹਿਲਾਂ ਚ ਉੱਤੇ ਕਥਨ ਕੀਤਾ, ਇੰਨੇ ਵਿਭੂਤੀ ਤੋਂ ਰਹਿਤ ਹਾਂ। ਭਾਵ ਨਾ ਦੇ ਮੇਰੇ ਜਟਾਵਾਂ ਹੀ, ਨਾ ਮੇਰੇ ਸਿਰਾਂ ਤੋਂ ਗੰਗਾ ਵਗਦੀ, ਨਾ ਮੈਂ ਤਰਸੂਲ ਧਾਰਨ ਕੀਤਾ, ਮੱਥੇ ਵਿੱਚ ਚੰਦਰਮਾ ਵੀ ਨਹੀਂ ਹੈ, ਹੱਥ ਵਿੱਚ ਤਰਸੂਲ ਵੀ ਨਹੀਂ ਹੈ, ਡੌਰੂ ਡਮਕੂ ਵੀ ਨਹੀਂ ਹੈ, ਤੇ ਗਾਲੇ ਵਿੱਚ ਕੋਈ ਸੱਪ ਨਹੀਂ ਹੈ, ਨਾ ਖੋਪੜੀਆਂ ਦੀ ਰੁੰਡਾਂ ਦੀ ਮਾਲਾ ਹੀ ਹੈ, ਨਾ ਵਿਭੂਤੀ ਆਦਿ ਹੈ। ਤਥਾਪਿ ਕਹੀਏ ਫੇਰ ਵੀ, ਤਦ ਵੀ ਮੈਂ ਕਹਿੰਦੇ ਸ਼ਿਵ ਆਕ੍ਰਿਤੰ। ਸ਼ਿਵ ਕਹੀਏ ਕਲਿਆਣ, ਆਕ੍ਰਿਤੰ ਕਹੀਏ ਸਰੂਪ ਹਾਂ। ਅਰਥਾਤ ਆਕ੍ਰਿਤੰ ਨਾਮ ਸਰੂਪ ਦਾ। ਕਹਿੰਦੇ ਫੇਰ ਹੀ ਮੈਂ ਸ਼ਿਵ ਆਕ੍ਰਿਤੰ, ਸ਼ਿਵ ਜੀ ਰੂਪ ਹੀ ਹਾਂ, ਸ਼ਿਵ ਜੀ ਸਰੂਪ ਹੀ ਹਾਂ, ਕਲਿਆਣ ਸਰੂਪ ਹੀ ਹਾਂ। ਇੰਨਾ ਕੁਝ ਧਾਰਨ ਨਹੀਂ ਕੀਤਾ, ਕਿਉਂਕਿ ਸਨਾਤਨੀ ਜਿਹੜੇ ਆ ਉਹ ਸ਼ਿਵ ਜੀ ਨੂੰ ਕਲਿਆਣ ਸਰੂਪ ਮੰਗਦੇ ਮੰਨਦੇ। ਮਹਾਰਾਜ ਕਹਿੰਦੇ ਮਹਾਂਦੇਵ ਕੋ ਕਹਿ ਸਦਾ ਸੇਵਾ, ਨਿਰੰਕਾਰ ਕਾ ਚੀਂਦਨ ਪਿਆ। ਹੁਣ ਪੰਡਿਤ ਹਰਦਿਆਲ ਜੀ ਇੱਥੇ ਲਿਖਦੇ ਹੋਏ ਇਹ ਲਿਖਦੇ ਆ ਵੀ ਫੇਰ ਵੀ ਮੈਂ ਸ਼ਿਵ, ਉਹ ਜੋ ਪਰਮਾਤਮਾ ਨਾ ਉਹ ਪਰਮਾਤਮਾ ਸਰੂਪ ਹੀ ਹਾਂ, ਕਲਿਆਣ ਸਰੂਪ ਹੀ ਹਾਂ। ਆਤਮ ਸਰੂਪ ਨੂੰ ਜਾਣਨੇ ਕਰਕੇ ਕਹਿੰਦੇ ਆ, ਕਿਉਂਕਿ ਆਤਮਾ ਸਵੈ ਸਰੇ ਨਿਰਮਲ ਆ ਨਾ, ਉਦੋਂ ਉਹ ਜਿਹੜਾ ਛੰਦ ਨੂੰ ਸਿੱਧ ਕਰਨ ਲਈ ਨਿਰਾਜ ਛੰਦ ਲਿਖਿਆ। ਤੇ ਫੇਰ ਹੀ ਮੈਂ ਕਹਿੰਦੇ ਸ਼ਿਵ ਆਕ੍ਰਿਤੰ, ਭਾਵ ਸ਼ਿਵ ਸਰੂਪ ਹਾਂ, ਆਕ੍ਰਿਤੰ ਨਾਮ ਸਰੂਪ ਦਾ। ਇਹ ਵਿਭੂਤੀ ਭੇਦ ਦੇ ਨਾਲ ਭੇਦ ਦੂਰ ਨਹੀਂ ਹੁੰਦਾ, ਕਿਉਂਕਿ ਸ਼ਿਵ ਜੀ ਕੋ ਬਹੁਤ ਕੁਝ ਮੇਰੇ ਕੋ ਨਹੀਂ ਹੈਗਾ। ਇਹ ਭੇਦ ਤਾਂ ਬਣਿਆ ਰਹੇਗਾ ਜੇਕਰ ਲਖਣਾ ਬਿਰਤੀ ਨਾਲ ਦੇਖੀਏ ਤਾਂ ਇਹ ਭੇਦ ਦੂਰ ਹੋ ਜਾਂਦਾ। ਭਾਵ ਜੋ ਸ਼ਿਵ ਜੀ 'ਚ ਉਹ ਮੇਰੇ 'ਚ ਆ, ਇਹ ਲਖਣਾ ਬਿਰਤੀ ਆ। ਤੇ ਜੇ ਵਿਭੂਤੀ ਵੇਖੀਏ, ਵਿਭੂਤੀ ਭੇਦ ਨਾ ਕਿ ਸ਼ਿਵ ਜੀ ਕੋ ਤਾਂ ਬਹੁਤ ਕੁਝ ਹੈ ਤੇ ਮੇਰੇ ਕੋਲ ਕੁਝ ਨਹੀਂ ਹੈ, ਫਿਰ ਤਾਂ ਨਹੀਂ ਕਹਿੰਦੇ ਭੇਦ ਅਭੇਦਤਾ ਹੋ ਸਕਦੀ। ਪਰ ਕਹਿੰਦੇ ਵੀ ਸ਼ਿਵ ਜੀ ਵਿੱਚ ਵੀ ਉਹੀ ਕਲਿਆਣ ਸਰੂਪ ਪਰਮੇਸ਼ਰ ਆਤਮਾ ਮੇਰਾ, ਤੇ ਮੇਰੇ ਵਿੱਚ ਵੀ ਉਹੀ ਆਤਮਾ। ਇਸ ਤਰ੍ਹਾਂ ਨਾਲ ਲਖਣਾ ਵੇਰਦੀ ਆ, ਸਾਰਾ ਭੇਦ ਦੂਰ ਹੋ ਜਾਂਦਾ, ਭਰਮ ਦੂਰ ਹੋ ਜਾਂਦਾ। ਤੇ ਉਧਰ ਸ਼ਿਵ ਜੀ ਦੀ ਬੜੀ ਮਹਾਨ ਵਿਭੂਤੀ ਉਹ ਤਿਆਗ ਦਈਏ, ਤੇ ਜੋ ਚੇਤਨ ਉਸ ਵਿੱਚ ਹੀ ਆ, ਤੇ ਉਹੀ ਚੇਤਨ ਸਰੂਪ ਪੰਡਿਤ ਜੀ ਕਹਿੰਦੇ ਮੇਰੇ ਵਿੱਚ। ਤੇ ਆਪਣੇ ਨਿਜ ਸਰੂਪ ਦੇ ਬੋਧ ਨਾਲ ਜੋ ਆਨੰਦ ਸ਼ਿਵ ਜੀ ਨੂੰ ਹੈ ਉਹੀ ਆਨੰਦ ਮੈਨੂੰ ਵੀ ਹੈ। ਜੋ ਗਿਆਨ ਸ਼ਿਵ ਜੀ ਕੋਲ ਹੈ ਉਹ ਗਿਆਨ ਮੇਰੇ ਕੋਲ ਹੈ, ਉਹ ਵੀ ਕਲਿਆਣ ਸਰੂਪ ਹੈ, ਮੈਂ ਵੀ ਕਲਿਆਣ ਸਰੂਪ ਹਾਂ। ਇਸ ਪੱਖ ਦੇ ਨਾਲ ਜਿਹੜਾ ਨਾ ਉਹਨਾਂ ਨੇ ਕਿਹਾ ਵੀ ਮੈਂ ਫੇਰ ਵੀ ਸ਼ਿਵ ਸਰੂਪ ਹਾਂ। ਉਹ ਚੇਤਨ ਕਰਕੇ ਕਿਹਾ, ਆਤਮਾ ਕਰਕੇ ਕਿਹਾ ਹੈ। ਹਾਂਜੀ, ਆਤਮਾ ਸਰੂਪ ਕਰਕੇ ਤੇ ਆਪਾਂ ਨੇ ਸਭ ਕੁਝ ਇੱਕ ਹੀ ਹੁੰਦੇ ਵੇਖੀਏ। ਤੇ ਤਾਂਹੀਓ ਜਿਹੜੇ ਵਿਦਾਂਤੀ ਹੈ ਨਾ ਉਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਹੁੰਦਾ। ਉਹ ਆਤਮਾ ਕਹਿੰਦੇ ਮੇਰਾ ਵੀ ਹੋਈ ਹੈ ਤੇ ਇਹਦੇ ਕਰਕੇ ਕਹਿ ਕੇ ਫਿਰ ਉਹ ਪਵਾੜੇ ਪਾ ਛੱਡਦੇ। ਹਾਂਜੀ, ਤੇ ਸ਼ਿਵਾ ਕ੍ਰਿਤੰ ਇਹਦਾ ਸਾਰਾ ਅਰਥ ਵੀ ਲਾ ਸਕਦੇ ਨੇ, ਕਲਿਆਣ ਸਰੂਪ ਹਾਂ। ਤੇ ਇਹ ਤੇ ਵਿਭੂਤੀ ਵਾਰ ਹੋਂ ਕਹਿੰਦੇ, ਇਤਨੀ ਭੂਤੀ ਵਾਰ ਹੋਂ ਵਾਲੇ ਹੈ ਸ਼ਿਵ ਜੀ। ਤੇ ਮੈਂ ਤੇ ਨਹੀਂ ਕਹਿੰਦੇ ਤਥਾਪਿ ਮੈਂ ਸ਼ਿਵਾਕ੍ਰਿਤ, ਫਿਰ ਵੀ ਮੈਂ ਕਲਿਆਣ ਸਰੂਪ ਹਾਂ, ਕਲਿਆਣ ਕਰਨ ਦੇ ਯੋਗ ਹਾਂ ਆਤਮ ਸਰੂਪ ਹੋਣੇ ਕਰਕੇ। ਹਾਂਜੀ, ਇਹਦੇ ਵਿੱਚ ਦੋ ਸ਼ਬਦ ਕਠਨ ਆਏ ਆ, ਤਰਸੂਲ ਡੌਰੂ ਧੂਰ ਧਾਰ। ਤਰਸੂਲ ਧਾਰਨ ਕੀਤਾ ਹੋਇਆ ਕੱਚ ਡੌਰੂ ਡਮਰੂ, ਤੇ ਧੂਰ ਜਿਹੜੀ ਧੂੜੀ ਆ ਵਿਭੂਤੀ ਆ ਸਵਾਹ ਆ ਉਹ ਧਾਰਨ ਕੀਤੀ ਲਾਈ ਹੋਈ ਆ। ਤੇ ਰੁੰਡਾਂ ਦੀਆਂ ਮਾਲਾ ਪਾਈਆਂ ਹੋਈਆਂ, ਆਬ੍ਰਿਤ ਰੁੰਡਾਂ ਦੀਆਂ ਮਾਲਾ ਆਬ੍ਰਿਤ ਭਾਵ ਧਾਰਨ ਕੀਤੀਆਂ ਹੋਈਆਂ। ਆਬ੍ਰਿਤ ਦਾ ਨਾਮ ਆ ਧਾਰਨ ਦਾ। ਫਿਰ ਰੁੰਡਾਂ ਦੀ ਮਾਲਾ ਧਾਰਨ ਕੀਤੀਆਂ ਹੋਈਆਂ, ਧਾਰੀਆਂ ਹੋਈਆਂ, ਜਾਂ ਆਬ੍ਰਿਤ ਕਹੀਏ ਪਹਿਨੀਆਂ ਹੋਈਆਂ, ਤੇ ਜਾਂ ਆਬ੍ਰਿਤ ਕਹੀਏ ਰੁੰਡਾਂ ਦੀ ਮਾਲਾ ਨਾਲ ਆਬ੍ਰਿਤ ਕਹੀਏ ਲਪੇਟੇ ਹੋਏ। ਆਬ੍ਰਿਤ ਦਾ ਅਰਥ
ਤੇ ਲਪੇਟੇ ਲਾੜੋ ਧਾਰੀ ਪਹਿਨੀ ਇੱਕ ਹੀ ਗੱਲ ਹੁੰਦੀ ਹੈ, ਐਵੇਂ ਹੱਥ ਲੱਗਣਾ। ਸੋ ਆਪਣੇ ਆਤਮ ਸਰੂਪ ਨੂੰ ਸਾਰੇ ਵਿਆਪਕ ਜਾਣ ਕੇ ਉਹਨਾਂ ਨੇ ਇਹ ਜਿਹੜਾ ਛੰਦ ਰਾਜ ਲਿਖਿਆ ਹੈ। ਪਹਿਲਾਂ ਨਾ ਤਾਈਓ ਕਹਿ ਦਿੱਤਾ ਵੀ ਜਿਹੜਾ ਸਰੀਰ ਆ ਉਹ ਤੇ ਹੈਗਾ ਅਨਿੱਤ, ਭਾਵ ਉਹ ਤੇ ਰਹਿਣਾ ਨਹੀਂ ਆ, ਤੇ ਮੇਰਾ ਆਤਮਾ ਸਦਾ ਰਹਿਣ ਵਾਲਾ। ਉਹ ਗੱਲ ਵੱਖਰੀ ਹੈ ਵੀ ਸਫਟਕ ਮਣੀ ਦੇ ਵਾਂਗ ਆਤਮਾ ਦਾ ਸਰੀਰ ਨਾਲ ਸੰਬੰਧ ਹੋਣੇ ਕਰਕੇ ਸਰੀਰ ਦੇ ਜਿਹੜੇ ਧਰਮ ਆ, ਮਨ ਦੇ ਧਰਮ ਆ, ਬੁੱਧੀ ਦੇ ਧਰਮ ਆ, ਉਹ ਆਤਮਾ ਵਿੱਚ ਪ੍ਰਤੀਤ ਹੋਣ ਲੱਗ ਪੈਂਦੇ ਆ। ਅਸਲ ਵਿੱਚ ਕਹਿੰਦੇ ਮੇਰਾ ਜਿਹੜਾ ਆਤਮਾ ਆ ਉਹ ਬਹੁਤ ਮਹਾਨ ਹੈ, ਅਵਿਨਾਸ਼ੀ ਹੈ, ਅਚਲ ਹੈ, ਅਕਿਰਿਆ ਹੈ, ਅਡਿੱਗ ਆ, ਅਚੁੱਤ ਆ। ਇਸ ਕਰਕੇ ਆਤਮਾ ਨੂੰ ਪਰਮਾਤਮਾ ਦਾ ਰੂਪ ਦੱਸਦੇ ਹੋਏ ਇੱਥੇ ਕਥਨ ਕੀਤਾ। ਸੋ 7 ਛੰਦ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ 15ਵੇਂ ਅਧਿਆਏ ਦੇ ਕਰ ਚੁੱਕੇ ਹਾਂ। ਅਤੇ ਹੁਣ ਅੱਗੇ ਜਿਵੇਂ ਛੰਦ ਆਏਗਾ 8ਵਾਂ, ਉਹਦੀ ਵਿਚਾਰ ਆਪਾਂ ਕਰਾਂਗੇ। ਹੁਣ ਅੱਜ ਇੱਥੇ ਜਿਹੜੀ ਸਮਾਪਤੀ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਤਿਰਸੂਲ ਡੋਰੂ ਧੂਰ ਧਾਰ ਰੁੰਡ ਮਾਲ ਆਵ੍ਰਿਤੰ ਇਤ ਵਿਭੂਤ ਦਵਾਰ ਹੋ ਤਥਾ ਪੇ ਮੈਂ ਸੇਵਾ ਕ੍ਰਿਤੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।